ਤਲੰਗ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੁਰ ਤਾਲ ਦੇ ਪਹਿਲੇ ਘਰ ਦੇ ਅੰਦਰ ਗਾਇਨ ਕੀਤਾ ਹੋਇਆ ਹੈ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਸਤ ਸੱਚ ਸਰੂਪ ਹੈ। ਨਾਮ ਨਾਮਨਾ ਵਾਲਾ ਹੈ, ਕਰਤਾ ਕਰਨ ਵਾਲਾ ਹੈ, ਰਚਨ ਵਾਲਾ ਹੈ, ਪੁਰਖ ਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ ਜੀ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਾਲ ਦਾ ਵੀ ਕਾਲ ਹੈ, ਸਮੇਂ ਦੀ ਪਾਬੰਦੀ ਤੋਂ ਬਾਹਰ ਹੈ, ਸਰੂਪ ਵਾਲਾ ਹੈ, ਜੂਨਾ ਤੋਂ ਰਹਿਤ ਹੈ, ਸੁਤੇ ਪ੍ਰਕਾਸ਼ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਇਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਹੁੰਦੀ ਹੈ। ਇਹ ਪਾਵਨ ਮਹਾਮੰਤਰ ਧੰਨ ਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਾਪਤੀ ਹੋਈ ਸੀ। ਜਿਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਵਹੀ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਬਹਾਨੇ ਦੇ ਨਾਲ ਸੱਚਖੰਡ ਨੂੰ ਗਏ ਨੇ, ਉੱਥੇ ਉਸ ਪ੍ਰਭੂ ਪਰਮਾਤਮਾ ਨੇ ਇਹ ਮੰਤਰ ਦਿੱਤਾ ਸੀ ਵੀ ਲੋਕਾਂ ਨੂੰ ਇਹ ਜਪਾਉਣਾ ਕਰੋ, ਦੁਨੀਆ ਨੂੰ ਇਹ ਜਪਾਉਣਾ ਕਰੋ। ਇਸ ਤੋਂ ਅੱਗੇ ਜੋ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਪੀ ਸੱਚ, ਇਹ ਗੁਰੂ ਨਾਨਕ ਦੇਵ ਜੀ ਨੇ ਆਪ ਦੇ ਕੋਲ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਕਰਨ ਦੇ ਲਈ ਨਾਲ ਜੋੜਿਆ। ਇਸ ਨੂੰ ਮੂਲ ਮੰਤਰ ਆਖਿਆ ਜਾਂਦਾ ਹੈ ਤੇ ਜੋ ਆਪ ਜੀ ਨੇ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਸਰਵਣ ਕੀਤਾ ਹੈ, ਇਸ ਨੂੰ ਮਹਾਮੰਤਰ ਆਖਿਆ ਜਾਂਦਾ ਹੈ। ਵਾਹਿਗੁਰੂ ਗੁਰ ਮੰਤਰ ਹੈ ਤੇ ਪੂਰਾ ਜਪਜੀ ਸਾਹਿਬ ਹੈ, ਇਸ ਨੂੰ ਮਾਲਾ ਮੰਤਰ ਆਖਦੇ ਨੇ। ਇਹ ਸਾਰੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਆਪਣੀ ਮੌਜ ਦੇ ਵਿੱਚ ਆਣ ਕੇ ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕੀਤਾ ਹੈ। ਜਿਵੇਂ ਵਸਤੂ ਨਿਰਦੇਸ਼ਕ ਮੰਗਲਾਚਰਨ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਸੇ ਤਰ੍ਹਾਂ ਕੋਟਸਾ ਮੰਤਰ ਹੈ, ਦੁਆਦਸ ਮੰਤਰ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ, ਸਤਰੋਤ ਨੇ, ਸਹਿਸਰਨਾਮਾ ਹੈ। ਉਸੇ ਤਰ੍ਹਾਂ ਇਹ ਪਾਵਨ ਮਹਾਂਮੰਤਰ ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਜੀ। ਯਗ ਅਰਧ ਗੁਪਤਮ ਪੇਸ ਤੋ ਦਰ ਗੋਸ ਗੁਣ ਕਰਤਾਰ। ਇਹ ਪਾਵਨ ਸ਼ਬਦ ਸਾਰੇ ਦਾ ਸਾਰਾ ਅਰਬੀ ਦੇ ਅੰਦਰ ਹੈ। ਸਾਰੇ ਸ਼ਬਦਾਂ ਨੂੰ ਥੋੜਾ ਜਿਹਾ ਮਿਹਨਤ ਦੇ ਨਾਲ ਸਮਝਣਾ ਵੀ ਪਏਗਾ ਤੇ ਸਮਝਾਉਣਾ ਵੀ ਪਏਗਾ। ਯਗ ਦਾ ਅਰਥ ਹੁੰਦਾ ਇੱਕ ਯੇ ਦੇ ਨਾਲ ਬੋਲਣਾ। ਇਹਨੂੰ ਭਾਈ ਸਾਹਿਬ ਨੇ ਬਹੁਤ ਸੋਹਣਾ ਉਚਾਰਨ ਕੀਤਾ ਹੈ। ਯਗ ਇੱਕ ਅਰਜ, ਅਰਜ ਤੋਂ ਫਿਰ ਅਰਜੀ ਬਣ ਗਈ, ਅਰਜੀ ਤੋਂ ਫਿਰ ਐਪਲੀਕੇਸ਼ਨ ਬਣ ਗਈ। ਅਰਜ ਦਾ ਅਰਥ ਹੁੰਦਾ ਹੈ ਬੇਨਤੀ। ਜੋ ਲਿਖਤੀ ਰੂਪ ਦੇ ਵਿੱਚ ਹੋਵੇ ਉਹਨੂੰ ਅਰਜੀ ਆਖਿਆ ਜਾਂਦਾ ਹੈ। ਉਹ ਵੀ ਬੇਨਤੀ, ਪਰ ਅਰਜੀ ਤੋਂ ਭਾਵ ਲਿਖੀ ਗਈ ਹੈ ਤੇ ਅਰਜ ਤੋਂ ਭਾਵ ਮੌਖਿਕ ਰੂਪ ਲਫ਼ਜ਼ਾਂ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਇੱਕ ਬੇਨਤੀ ਹੈ। ਯਗ ਇੱਕ ਅਰਜ ਬੇਨਤੀ ਹੈ। ਗੁਫਤਮ ਗੂ, ਦੋ ਜਾਣਿਆਂ ਨੇ ਆਪਸ ਦੇ ਵਿੱਚ ਵਿਚਾਰ ਕਰਨੀ, ਉਹਨੂੰ ਗੁਫਤਮ ਆਖਿਆ ਜਾਂਦਾ ਹੈ। ਗੁਫਤਮ ਵਿਚਾਰਾਂ ਕਰਨੀਆਂ। ਸੋ ਇੱਥੇ ਗੁਫਤਮ ਦਾ ਅਰਥ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜੋ ਬੇਨਤੀ ਕੀਤੀ ਹੈ ਉਹਦੇ ਵਿੱਚ ਲਿਖੇ ਹੋਏ ਜਿਹੜੇ ਸ਼ਬਦ ਨੇ। ਪੇਸ਼ ਤੋਂ, ਪੇਸ਼ ਦਾ ਅਰਥ ਹੁੰਦਾ ਪੇਸ਼ ਕਰਨਾ, ਅੱਗੇ ਰੱਖਣਾ। ਤੋਂ ਤੇਰੇ ਦਰ ਵਿੱਚ ਗੋਸ ਕੰਨਾਂ ਨੂੰ ਆਖਿਆ ਜਾਂਦਾ ਹੈ। ਕੁਨ ਕਰਨਾ ਕਰ, ਕਰਤਾਰ ਰਚਨਾ ਕਰਨ ਵਾਲੇ। ਹੇ ਸੱਚੇ ਸਤਿਗੁਰ ਜੀ, ਤੇਰੇ ਅੱਗੇ ਮੈਂ ਇੱਕ ਅਰਜ਼ ਕਰਨ ਲੱਗਾ ਹਾਂ ਜਿੰਦੇ ਵਿੱਚ ਮੇਰੀ ਗੁਫਤਮੂ ਗੂ ਹੈ, ਭਾਵ ਕੁਝ ਮੈਂ ਸ਼ਬਦ ਭਰੇ ਹਨ, ਬੇਨਤੀ ਭਰੀ ਹੈ ਤੇ ਇਹ ਪੇਸ਼ ਕਰਤੀ ਤੇਰੇ ਅੱਗੇ। ਤੂੰ ਆਪਣੇ ਕੰਨਾਂ ਦੇ ਵਿੱਚ ਇਸ ਬੇਨਤੀ ਨੂੰ ਸੁਣਨਾ ਕਰ। ਕੰਨਾਂ ਤੋਂ ਭਾਵ ਭਈ ਥੋੜਾ ਗੌਰ ਕਰਕੇ ਸੁਣਿਓ। ਜਿਵੇਂ ਅਸੀਂ ਬੇਨਤੀ ਕਰਦੇ ਹਾਂ
ਤੇ ਉਦੋਂ ਕਹਿ ਦਿੰਦੇ ਆ ਜੀ ਸਾਡੀ ਇੱਕ ਬੇਨਤੀ ਹੈ, ਥੋੜੀ ਜੀ ਇੱਧਰ ਗੌਰ ਫਰਮਾਇਓ, ਭਾਵ ਥੋੜਾ ਜਿਹਾ ਧਿਆਨ ਦੇਣਾ ਪਏਗਾ, ਗੌਰ ਦੇ ਨਾਲ ਸੁਣਨਾ ਪਏਗਾ। ਜਦੋਂ ਗੌਰ ਦੇ ਨਾਲ ਸੁਣੀ ਜਾਵੇ, ਫਿਰ ਡੂੰਘਾਈ ਦੇ ਨਾਲ ਸੁਣੀ ਜਾਵੇ ਤੇ ਉਸ ਦੇ ਉੱਤੇ ਡੂੰਘਾਈ ਦੇ ਨਾਲ ਹੀ ਫਿਰ ਵਿਚਾਰ ਕੀਤੀ ਜਾਵੇ। ਸੋ ਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਇਸ ਪਾਵਨ ਸ਼ਬਦ ਨੂੰ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਇੱਕ ਫਰਿਆਦ, ਅਰਜੀ, ਬੇਨਤੀ, ਅਰਦਾਸ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ ਜੀ। ਹੱਕਾ ਕਬੀਰ ਕਰੀਬ ਤੂੰ ਬੇਅਬ ਪਰਵਦਗਾਰ। ਇਸ ਤੁਕ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵਡਿਆਈਆਂ ਕੀਤੀਆਂ ਗਈਆਂ ਨੇ। ਹੱਕਾ ਜਿਹੜਾ ਹੈ ਹੱਕ ਤੋਂ ਬਣਿਆ ਹੈ। ਹੱਕ ਦਾ ਅਰਥ ਹੁੰਦਾ ਸੱਚ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਭਈ ਇਹ ਇਸ ਦਾ ਹੱਕ ਹੈ, ਤਾਂ ਉੱਥੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਸੱਚਮੁੱਚ ਇਸੇ ਦੀ ਚੀਜ਼ ਹੈ, ਇਹਦੇ ਵਿੱਚ ਝੂਠ ਨਹੀਂ। ਤੇ ਇਹਨੂੰ ਜਦੋਂ ਆਮ ਬੋਲੀ ਦੇ ਵਿੱਚ ਬੋਲਿਆ ਜਾਂਦਾ ਉਦੋਂ ਹਾਹਾ, ਹਾਹੇ ਤੇ ਅਦਕ, ਕੱਕਾ ਮੁਕਤਾ ਤੇ ਆੜਾ ਜਿਹੜਾ ਉਹ ਵੀ ਮੁਕਤਾ ਹੁੰਦਾ। ਹੱਕ ਇਸ ਤਰ੍ਹਾਂ ਬੋਲਿਆ ਜਾਂਦਾ, ਜਿਵੇਂ ਪਿੱਛੇ ਜੱਕ ਉਵੇਂ ਹੱਕ। ਪਰ ਗੁਰਬਾਣੀ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਨੇ ਕਈ ਸ਼ਬਦ ਨੇ ਜਿਹੜੇ ਉਹ ਆਪ ਦੇ ਮੌਜ ਦੇ ਵਿੱਚ ਲਿਖੇ ਹੋਏ ਨੇ। ਹੱਕਾ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸੱਚ ਹੈ, ਕਬੀਰ ਤੇ ਸਭ ਤੋਂ ਵੱਡਾ ਹੈ। ਕਬੀਰ ਦਾ ਅਰਥ ਹੈ ਜਿੰਦੇ ਤੋਂ ਵੱਡਾ ਕੋਈ ਵੀ ਨਾ ਹੋਵੇ। ਤੂੰ ਸੱਚਾ ਵੀ ਹੈ ਤੇ ਸਭ ਤੋਂ ਵੱਡਾ ਵੀ ਹੈ, ਕਰੀਮ ਤੇ ਕਿਰਪਾਲੂ ਵੀ ਹੈ। ਇਹ ਨਹੀਂ ਵੀ ਵੱਡਾ ਹੋ ਗਿਆ ਤੇ ਉਹਨੂੰ ਛੋਟਿਆਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਸੰਸਾਰ ਦੇ ਅੰਦਰ ਕਈ ਪ੍ਰਾਣੀ ਨੇ, ਉਹਨਾਂ ਨੂੰ ਵੱਡਪਣਾ ਮਿਲ ਜਾਂਦਾ, ਵੱਡੀਆਂ ਪਦਵੀਆਂ ਮਿਲ ਜਾਂਦੀਆਂ ਨੇ, ਵੱਡੇ ਅਹੁਦੇ ਮਿਲ ਜਾਂਦੇ ਨੇ, ਪਰ ਉਹ ਸੱਚ ਨੂੰ ਵੀ ਛੱਡ ਦਿੰਦੇ ਨੇ ਤੇ ਕਰੀਮ ਨੂੰ ਵੀ ਛੱਡ ਦਿੰਦੇ ਨੇ। ਹੱਕ ਵੀ ਦੂਜਿਆਂ ਦਾ ਮਾਰਨਾ ਸ਼ੁਰੂ ਕਰ ਦਿੰਦੇ ਨੇ, ਇਹ ਸੱਚ ਨੂੰ ਛੱਡ ਦਿੱਤਾ ਹੈ। ਅਸੀਂ ਕਹਿ ਦਿੰਦੇ ਨੇ ਹੱਕ ਮਾਰਨ ਲੱਗ ਗਏ, ਉਹਨੇ ਸੱਚ ਨੂੰ ਛੱਡ ਦਿੱਤਾ ਹੈ। ਤੇ ਕਰੀਮ, ਕਿਰਪਾਲੂ, ਦਿਆਲੂ ਜਿਹੜਾ ਸੁਭਾਅ ਹੈ ਉਹ ਵੀ ਛੱਡ ਦਿੱਤਾ। ਕਿਉਂਕਿ ਜਿਹੜਾ ਬੰਦਾ ਦਿਆਲੂ ਹੋਏਗਾ ਉਹ ਕਿਸੇ ਦਾ ਹੱਕ ਨਹੀਂ ਮਾਰੇਗਾ, ਸੱਚ ਨਹੀਂ ਛੱਡੇਗਾ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸੱਚਾ ਹੈ, ਵੱਡਾ ਹੈ ਤੇ ਕਿਰਪਾਲੂ ਹੈ, ਬੇਐਬ, ਤੇਰੇ ਵਿੱਚ ਗੁਨਾਹ ਕੋਈ ਵੀ ਨਹੀਂ। ਤੇਰੇ ਵਿੱਚ ਐਬ ਕੋਈ ਵੀ ਨਹੀਂ, ਗੁਨਾਹ ਕੋਈ ਵੀ ਨਹੀਂ। ਜਿਵੇਂ ਸਾਡੇ ਵਿੱਚ ਐਬ ਨੇ, ਅਸੀਂ ਝੂਠ ਵੀ ਬੋਲਦੇ ਹਾਂ, ਇਹ ਐਬ ਹੈ। ਅਸੀਂ ਝੂਠ ਬੋਲਦੇ ਹਾਂ, ਲਾਲਚ ਵੀ ਕਰਦੇ ਹਾਂ, ਨਸ਼ਾ ਵੀ ਕਰਦੇ ਹਾਂ, ਇਹ ਨਸ਼ੇ ਦਾ ਐਬ ਹੈ। ਕਹਿ ਦਿੰਦੇ ਨੇ ਨਸ਼ਾ ਕਰਦਾ ਐਬੀ ਇਹ ਬੰਦਾ। ਹੋਰ ਵੀ ਅਨੇਕ ਪ੍ਰਕਾਰ ਦੇ ਐਬ ਨੇ, ਸੋ ਸਾਰੇ ਆਪਾਂ ਸਮਝਦਾਰ ਹਾਂ। ਬੇਐਬ, ਤੇਰੇ ਵਿੱਚ ਐਬ ਵੀ ਕੋਈ ਨਹੀਂ। ਪਰਵ ਦਾ ਅਰਥ ਹੁੰਦਾ ਪਾਲਣਾ ਕਰਨਾ ਤੇ ਦਗਾਰ ਦਾ ਅਰਥ ਹੁੰਦਾ ਪੋਸ਼ਣ ਕਰਨਾ। ਜਿਵੇਂ ਮਾਂ ਹੈ ਨਾ, ਬੱਚੇ ਨੂੰ ਪਾਲਦੀ ਏ, ਪਾਲਣ ਤੋਂ ਭਾਵ ਉਹਨੂੰ ਸਾਂਭਦੀ ਏ, ਨਵਾਉਂਦੀ ਏ, ਵਸਤਰ ਵੀ ਪਾਉਂਦੀ, ਇਹ ਪਾਲਣਾ ਕਰ ਰਹੀ ਏ। ਪਾਲਣਾ ਇੱਕ ਦਾਈ ਵੀ ਕਰ ਸਕਦੀ, ਪਰ ਪੋਸ਼ਣ ਹੈ ਜਿਹੜਾ ਉਹ ਮਾਂ ਦੇ ਦੁੱਧ ਤੋਂ ਹੀ ਬੱਚੇ ਨੂੰ ਮਿਲਦਾ ਹੈ। ਮਾਂ ਬੱਚੇ ਨੂੰ ਜਦੋਂ ਦੁੱਧ ਚੁਕਾਉਂਦੀ ਉਹਨੂੰ ਪੋਸ਼ਣ ਦੇ ਰਹੀ ਹੈ। ਪੋਸ਼ਣ ਦਾ ਅਰਥ ਹੁੰਦਾ ਖੁਰਾਕ ਦੇਣੀ। ਮਾਂ ਜਿਵੇਂ ਬੱਚੇ ਦਾ ਪਾਲਣ ਪੋਸ਼ਣ ਕਰ ਰਹੀ ਹੈ, ਉਹਨੂੰ ਖਾਦ ਖੁਰਾਕ ਵੀ ਦੇ ਰਹੀ ਹੈ ਤੇ ਉਹਦੀ ਸਾਂਭ ਸੰਭਾਲ ਵੀ ਕਰ ਰਹੀ ਹੈ। ਨਹੀਂ ਵੀ ਦੁੱਧ ਪਿਆਇਆ ਤੇ ਪਰਾਂ ਛੱਡ ਦਿੱਤਾ, ਭਾਵੇਂ ਉਹਨੂੰ ਠੰਡ ਲੱਗੇ ਭਾਵੇਂ ਗਰਮੀ ਲੱਗੇ, ਮੈਂ ਕੀ ਲੈਣਾ, ਇਹ ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਉਹਨੂੰ ਸੰਭਾਲਦੀ ਵੀ ਉਸੇ ਤਰ੍ਹਾਂ। ਪਰਵਦਗਾਰ, ਹੇ ਮੇਰੇ ਮਾਲਕ ਸੱਚੇ ਸਤਿਗੁਰੂ ਜੀ ਤੂੰ ਮੇਰੀ ਪਾਲਣਾ ਤੇ ਪੋਸ਼ਣ ਵੀ ਕਰਦਾ, ਭਾਵ ਮੈਨੂੰ ਖਾਣ ਨੂੰ ਵੀ ਦਿੰਦਾ ਹੈ ਜਿਹਦੇ ਨਾਲ ਮੈਂ ਪਲ ਰਿਹਾ, ਤੇ ਮੇਰੀ ਸੰਭਾਲ ਵੀ ਕਰਦਾ ਹੈ ਜਿਹਦੇ ਕਰਕੇ ਮੈਂ ਬਿਮਾਰੀਆਂ ਤੋਂ, ਰੋਗਾਂ ਤੋਂ, ਬੁਖਾਰਾਂ ਤੋਂ ਬਚ ਰਿਹਾ। ਇਹ ਤੇਰੇ ਵਿੱਚ ਗੁਣ ਹੈ। ਇੱਕ ਵਾਰੀ ਮੈਂ ਫਿਰ ਦੋਵਾਂ ਤੁਕਾਂ ਦਾ ਅਰਥ ਆਪ ਜੀ ਦੇ ਸਾਹਮਣੇ ਪੇਸ਼ ਕਰਾਂ। ਯਕ ਇੱਕ ਨੂੰ ਆਖਿਆ ਜਾਂਦਾ ਹੈ ਅਰਜ, ਐਪਲੀਕੇਸ਼ਨ, ਅਰਜੀ, ਬੇਨਤੀ, ਅਰਦਾਸ। ਗੁਪਤਮ, ਜਿਹੜੀ ਦੋ ਜਾਣਿਆਂ ਦੇ ਵਿਚਾਲੇ ਗੱਲ ਹੋਵੇ ਉਹਨੂੰ ਆਪਾਂ ਗੁਪਤਗੂ ਕਹਿੰਦੇ ਹਾਂ, ਮੀਟਿੰਗ ਕਹਿ ਲਓ ਅੰਗਰੇਜ਼ੀ 'ਚ, ਜ਼ਿਆਦਾ ਸਮਝੋਗੇ। ਜਿਹੜੀ ਗੁਪਤਮ ਗੂ ਗੱਲਬਾਤ, ਜਿਹੜੀ ਵਿਚਾਰ ਵਟਾਂਦਰਾ ਹੈ, ਪੇਸ਼ ਤੋਂ ਤੇਰੇ ਅੱਗੇ ਪੇਸ਼ ਕਰਨਾ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਮੈਂ ਇੱਕ ਬੇਨਤੀ
ਤੇਰੇ ਅੱਗੇ ਕੁਝ ਸ਼ਬਦਾਂ ਦੇ ਵਿੱਚ, ਕੁਝ ਲਫ਼ਜ਼ਾਂ ਦੇ ਵਿੱਚ ਪੇਸ਼ ਕਰਨ ਲੱਗਾ। ਦਰ ਗੋਸ, ਗੋਸ ਕਹਿੰਦੇ ਨੇ ਕੰਨਾਂ ਨੂੰ, ਦਰ ਗੋਸ ਕੁਨ ਕਰਤਾਰ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੇਰੇ ਹੱਥ ਦੇ ਵਿੱਚ ਸਾਡੀ ਸਵਾਸਾਂ ਦੀ ਧਾਰ ਪਕੜੀ ਹੋਈ ਹੈ, ਤੇ ਤੂੰ ਕਿਰਪਾ ਕਰ ਮੇਰੀ ਇਸ ਬੇਨਤੀ ਨੂੰ ਨਾ ਕੰਨ ਦੇ ਵਿੱਚ ਸੁਣਨਾ ਕਰ। ਹੱਕਾ ਤੂੰ ਸੱਚ ਸਰੂਪ ਹੈ, ਕਬੀਰ ਤੂੰ ਵੱਡਾ ਹੈ, ਕਰੀਮ ਤੂੰ ਕਿਰਪਾਲੂ ਹੈ, ਤੂੰ ਬੇਐਬ ਹੈ। ਪਰਵਤਗਾਰ ਤੇ ਸਾਨੂੰ ਪਾਲਦਾ ਹੈ ਜੀ। ਦੁਨੀਆ ਮੁਕਾਮੇ ਫਾਨੀ, ਤਹਕੀਕ ਦਿਲਦਾਨੀ। ਹੁਣ ਜਿਹੜੀ ਪ੍ਰਭੂ ਪਰਮਾਤਮਾ ਦੇ ਨਾਲ ਗੁਫ਼ਤਗੂ ਕੀਤੀ ਹੈ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਇਹ ਲਫ਼ਜ਼ ਵਰਤ ਰਹੇ ਨੇ। ਦੁਨੀਆ ਮੁਕਾਮੀ, ਮੁਕਾਮ ਦਾ ਅਰਥ ਹੁੰਦਾ ਟਿਕਾਣਾ, ਫਾਨੀ ਦਾ ਅਰਥ ਹੁੰਦਾ ਝੂਠਾ। ਇਹ ਜਿਹੜਾ ਦੁਨੀਆ ਦਾ ਟਿਕਾਣਾ ਹੈ ਨਾ, ਇਹ ਸਾਡੇ ਲਈ ਝੂਠਾ ਹੈ, ਕਿਉਂਕਿ ਅਸੀਂ ਇੱਥੇ ਰਹਿਣਾ ਨਹੀਂ, ਇੱਥੋਂ ਚਲੇ ਜਾਣਾ ਹੈ। ਤਹਿਕੀਕ ਦਾ ਅਰਥ ਹੁੰਦਾ ਤਹਿਕੀਕਾਤ, ਸੱਚਾਈ ਦੀ ਤਹਿ ਤੱਕ ਪਹੁੰਚਣਾ। ਤਹਿਕੀਕ ਦਾ ਅਰਥ ਹੁੰਦਾ ਸੱਚੀ ਗੱਲ, ਸੱਚ। ਦਿਲ ਦੇ ਵਿੱਚ ਦਾਨੀ ਜਾਣ ਲਈ ਹੈ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਇਹ ਜਿਹੜੀ ਦੁਨੀਆ ਹੈ, ਇੱਥੇ ਜਿਹੜਾ ਮੁਕਾਮ ਹੈ, ਜਿਹੜਾ ਠਹਿਰਨਾ ਹੈ, ਜਿਹੜਾ ਰਹਿਣਾ ਹੈ, ਇਹ ਝੂਠਾ ਹੈ। ਭਾਵ ਇੱਥੋਂ ਇੱਕ ਦਿਨ ਅਸੀਂ ਜ਼ਰੂਰ ਚਲੇ ਜਾਣਾ ਹੈ, ਕੂਚ ਕਰ ਜਾਣਾ ਹੈ। ਇਹ ਮੈਂ ਆਪਣੇ ਦਿਲ ਦੀ ਤਹਿ ਤੱਕ ਚੰਗੀ ਤਰ੍ਹਾਂ ਜਾਣ ਲਈ ਹੈ ਜੀ। ਮਮ ਸਰਮੂਏ ਅਜ਼ਰਾਈਲ, ਗਿਰਫਤ ਹੈ ਦਿਲ ਹੇਠ ਨਾਦਾਨੀ। ਮਮ ਦਾ ਅਰਥ ਹੁੰਦਾ ਮੇਰੇ, ਸਰ ਦਾ ਅਰਥ ਹੈ ਸਿਰ, ਤੇ ਮੂਏ ਕਹਿੰਦੇ ਨੇ ਕੇਸਾਂ ਨੂੰ। ਅਜ਼ਰਾਈਲ ਇਹ ਉਸ ਫਰਿਸ਼ਤੇ ਦਾ ਨਾਂ ਹੈ ਜਿਹੜਾ ਸਾਡੀ ਜਾਨ ਕੱਢ ਕੇ ਲੈ ਜਾਂਦਾ। ਇਹ ਚਾਰ ਨੇ, ਅਜ਼ਰਾਈਲ, ਬਕਰਾਈਲ, ਕਬਰਾਈਲ, ਤੇ ਚੌਥੇ ਦਾ ਨਾਂ ਥੋੜਾ ਮੈਨੂੰ ਵਿਸਰ ਗਿਆ। ਇਹ ਚਾਰ ਨੇ, ਇਹਨਾਂ ਦੀ ਚਾਰ ਦੀ ਗਿਣਤੀ ਹੈ। ਇਹ ਚਾਰਾਂ ਦੀ ਅੱਡ-ਅੱਡ ਡਿਊਟੀ ਲੱਗੀ ਹੋਈ ਹੈ। ਜਿਹੜਾ ਬਹੁਤ ਜ਼ਿਆਦਾ ਪਾਪੀ ਹੈ ਉਹਨੂੰ ਕੋਈ ਹੋਰ ਲੈ ਕੇ ਜਾਂਦਾ ਹੈ, ਜਿਹੜਾ ਅੱਧ ਵਿਚਾਲੇ ਜਿਹਾ ਉਹਨੂੰ ਕੋਈ ਹੋਰ ਲੈ ਕੇ ਜਾਂਦਾ ਹੈ, ਜਿਹੜਾ ਥੋੜਾ ਜਿਹਾ ਉੱਚੇ ਦਰਜੇ ਦਾ ਉਹਨੂੰ ਕੋਈ ਹੋਰ ਲੈ ਕੇ ਜਾਂਦਾ ਹੈ, ਤੇ ਜਿਹੜਾ ਸਭ ਤੋਂ ਸ੍ਰੇਸ਼ਟ ਮਹਾਨ ਹੈ ਉਹਨੂੰ ਕੋਈ ਹੋਰ ਲੈ ਕੇ ਜਾਂਦਾ ਹੈ। ਜਿਵੇਂ ਕੋਈ ਗੁਰਮੁਖ ਪਿਆਰਾ ਹੋਵੇ ਨਾ, ਤੇ ਉਹਨੂੰ ਅਸੀਂ ਆਪਣੇ ਪ੍ਰੋਗਰਾਮ ਤੇ ਘਰੇ ਸੱਦਣਾ ਹੋਵੇ, ਤੇ ਫਿਰ ਉਹਨੂੰ ਸੱਦਣ ਦੇ ਲਈ ਅਸੀਂ ਆਪ ਜਾਂਦੇ ਹਾਂ, ਭਈ ਤੂੰ ਸਾਡੇ ਘਰੇ ਆਉਣਾ ਹੈ। ਤੇ ਆਮ ਲੋਕਾਂ ਲਈ ਫਿਰ ਅਸੀਂ ਲਾਗੀ ਨੂੰ ਕਹਿ ਦਿੰਦੇ ਹਾਂ, ਜਾ ਭਾਈ ਤੂੰ ਕਹਿ ਆ, ਇੰਨਿਆਂ ਘਰਾਂ ਦੇ ਆਪਣੇ ਕੱਲ ਨੂੰ ਆ ਪ੍ਰੋਗਰਾਮ ਆ ਜਾਣਗੇ। ਸੋ ਇਸੇ ਤਰ੍ਹਾਂ ਇਹ ਫਰਕ ਹੈ ਥੋੜਾ ਥੋੜਾ। ਮਮ ਸਰ ਮੂਏ, ਮੂਏ ਦਾ ਅਰਥ ਹੁੰਦਾ ਕੇਸ, ਸਰ ਦਾ ਸਿਰ, ਮੇਰੇ ਸਿਰ ਦੇ ਵਾਲ। ਅਜ਼ਰਾਈਲ ਇਹ ਜਿਹੜਾ ਫਰਿਸ਼ਤਾ ਸਾਨੂੰ ਮਾਰਨ ਵਾਲਾ ਹੈ, ਜਾਨ ਕੱਢ ਕੇ ਲੈ ਕੇ ਜਾਣ ਵਾਲਾ ਹੈ। ਗ੍ਰਿਫਤ ਹੈ, ਗ੍ਰਿਫਤਾਰ ਆਪਾਂ ਨੇ ਸ਼ਬਦ ਸੁਣੇ ਆ, ਜਦੋਂ ਪੁਲਿਸ ਪਕੜ ਲੈਂਦੀ ਹੈ ਤੇ ਕਹਿ ਦਿੰਦੇ ਆ ਗ੍ਰਿਫਤਾਰ ਹੋ ਗਿਆ ਜਾਂ ਗ੍ਰਿਫਤਾਰ ਕਰ ਲਿਆ, ਫੜ ਲਿਆ ਹੈ। ਉਵੇਂ ਗ੍ਰਿਫਤ ਹੈ ਦਾ ਅਰਥ ਹੈ ਫੜੇ ਹੋਏ ਨੇ। ਦਿਲ ਹੇਚ ਨਦਾਨੀ, ਨਦਾਨੀ ਦਾ ਅਰਥ ਹੁੰਦਾ ਬੇਸਮਝੀ। ਆਪਾਂ ਕਹਿੰਦੇ ਨਾ ਬੰਦਾ ਨਦਾਨ ਹੈ, ਬੇਸਮਝੇ। ਦਿਲ ਹੇਚ, ਦਿਲ ਦੇ ਵਿੱਚ ਸਮਝ ਨਹੀਂ, ਨਦਾਨੀ ਤੇ ਸਮਝ ਕਿਉਂ ਨਹੀਂ? ਬੇਸਮਝੀ ਦੇ ਕਾਰਨ। ਮੇਰੇ ਸਿਰ ਦੇ ਵਾਲ ਅਜ਼ਰਾਈਲ ਫਰਿਸ਼ਤੇ ਨੇ ਪਕੜੇ ਹੋਏ ਨੇ, ਤੇ ਮੇਰਾ ਦਿਲ ਜਿਹੜਾ ਇਹ ਸਖਣਾ ਹੈ ਇਸ ਗੱਲ ਦੇ ਵੱਲੋਂ, ਕਿਉਂਕਿ ਇਹ ਬੇਸਮਝੀ ਦੇ ਕਾਰਨ ਹੋ ਰਿਹਾ ਹੈ ਜੀ। ਰਹਾਉ ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ। ਅੱਗੇ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਜਨ ਦਾ ਅਰਥ ਹੁੰਦਾ ਪਤਨੀ, ਤੇ ਜੇ ਨੰਨੇ ਨੂੰ ਔਂਕੜ ਆ ਜਾਏ ਫਿਰ ਬਣ ਜਾਂਦਾ ਜਨ। ਉਹਦਾ ਅਰਥ ਹੁੰਦਾ ਦਾਸ। ਪਿਸਰ ਕਹਿੰਦੇ ਨੇ ਪੁੱਤਰ ਨੂੰ, ਪਦਰ ਕਹਿੰਦੇ ਨੇ ਪਿਤਾ ਨੂੰ, ਤੇ ਬਰਾਦਰਾਂ ਕਹਿੰਦੇ ਨੇ ਭਰਾ ਨੂੰ। ਯਨ ਪਿਸਰ ਪਦਰ ਬਰਾਦਰਾਂ, ਪਤਨੀ, ਪੁੱਤਰ, ਭਰਾ ਤੇ ਪਿਤਾ। ਕਸ ਨੇਸ ਦਸਤੰਗੀਰ, ਇਹਨਾਂ ਦੇ ਵਿੱਚੋਂ ਮੇਰੀ ਕਿਸੇ ਨੇ ਵੀ ਬਾਂਹ ਨਹੀਂ ਫੜਨੀ। ਕਦੋਂ ਨਹੀਂ ਬਾਂਹ ਫੜਨੀ? ਅਜ਼ਰਾਈਲ ਗ੍ਰਿਫਤੇ, ਜਦੋਂ ਅਜ਼ਰਾਈਲ ਨੇ ਆਣ ਕੇ ਮੈਨੂੰ ਪਕੜ ਲਿਆ,
ਮੈਨੂੰ ਮਾਰ ਦਿੱਤਾ, ਮੇਰੀ ਜਾਨ ਕੱਢ ਲਈ। ਉਦੋਂ ਇਹਨਾਂ ਦੇ ਵਿੱਚੋਂ ਮੇਰੀ ਕਿਸੇ ਨੇ ਵੀ ਬਾਂਹ ਨਹੀਂ ਫੜਨੀ ਹੈ ਜੀ। ਆਖਿਰ ਵਿਅਖਤਮ ਕਸ ਨਾ ਦਰਦ ਤੂੰ ਸਬਦ ਤਕਬੀਰ। ਆਖਿਰ ਸਮੇਂ ਵਿਅਕਤਮ ਕਹਿੰਦੇ ਨੇ ਮੌਤ ਦਾ ਵਕਤ, ਆਖਿਰ ਸਮਾਂ ਜਿਹੜਾ ਮੇਰਾ ਮੌਤ ਦਾ ਵਕਤ ਆਏਗਾ, ਜਦੋਂ ਮੈਂ ਮਰਾਂਗਾ। ਕਸ ਨਾ ਦਰਦ, ਕਿਸੇ ਨੇ ਮੇਰਾ ਦਰਦ ਵੀ ਨਹੀਂ ਵਡਾਉਣਾ। ਯਨ ਪਿਸਰ ਪਦਰ ਬਰਾਦਰਾਂ, ਪਤਨੀ ਪੁੱਤਰ ਪਿਓ ਤੇ ਭਰਾ, ਇਹਨਾਂ ਦੇ ਵਿੱਚੋਂ ਕਿਸੇ ਨੇ ਮੇਰੀ ਬਾਂਹ ਨਹੀਂ ਫੜਨੀ। ਆਖਿਰ ਵਿਅਕਤਮ, ਆਖਰੀ ਵਕਤ ਜਿਹੜਾ ਮੇਰਾ ਮੌਤ ਦਾ ਜਦੋਂ ਮੇਰੇ ਤੇ ਆਏਗਾ। ਕਸ ਨਾ ਦਰਦ, ਦਰਦ ਦਾ ਅਰਥ ਹੁੰਦਾ ਦਰਦ, ਕਿਸੇ ਨੇ ਮੇਰਾ ਦਰਦ ਨਹੀਂ ਵਡਾਉਣਾ ਉਦੋਂ। ਤੇ ਕਰਨਗੇ ਕੀ ਚੂੰ ਸਵੱਧ, ਸਵੱਧ ਦਾ ਅਰਥ ਹੁੰਦਾ ਨਾਰਾ। ਜਦੋਂ ਚਾਰ ਭਰਾ ਮੋਢਿਆਂ ਤੇ ਚੱਕ ਲੈਂਦੇ ਨੇ ਤੇ ਫਿਰ ਅਸੀਂ ਇੱਕ ਨਾਰਾ ਲਾਉਂਦੇ ਹਾਂ। ਉਸ ਨਾਰੇ ਨੂੰ ਜਿਹੜੇ ਸਿੱਖ ਧਰਮ ਦੇ ਵਿੱਚ ਨੇ ਉਦੋਂ ਵਾਹਿਗੁਰੂ ਵਾਹਿਗੁਰੂ ਆਖਦੇ ਨੇ। ਸਨਾਤਨ ਧਰਮ ਵਾਲੇ ਹਿੰਦੂ ਭਰਾ ਨੇ ਜਿਹੜੇ ਇਹ ਰਾਮ ਨਾਮ ਸਤ ਆਖਦੇ ਨੇ। ਮੁਸਲਮਾਨ ਨੇ ਜਿਹੜੇ ਇਹ ਅੱਲਾਹੂ ਅਕਬਰ ਇਹ ਨਾਰਾ ਲਾਉਂਦੇ ਨੇ। ਜਦੋਂ ਇਹ ਨਾਰਾ ਲੱਗ ਗਿਆ ਨਾ, ਉਦੋਂ ਫਿਰ ਮੇਰੀ ਕਿਸੇ ਨੇ ਬਾਂਹ ਨਹੀਂ ਪਕੜਨੀ, ਕਿਸੇ ਨੇ ਮੇਰਾ ਦਰਦ ਨਹੀਂ ਵਡਾਉਣਾ। ਇਹ ਨਾਰਾ ਲਾ ਦੇਣਗੇ ਤਕਬੀਰ। ਇਹ ਤਕਬੀਰੀ ਨਵਾਜ਼ ਹੈ। ਜਿਵੇਂ ਕਿਸੇ ਨੂੰ ਅਸੀਂ ਦਾਹ ਸੰਸਕਾਰ ਕਰਕੇ ਉਪਰੰਤ ਕੀਰਤਨ ਸੋਲਾ ਪੜ੍ਹ ਕੇ ਅਰਦਾਸ ਬੇਨਤੀ ਕਰਦੇ ਹਾਂ, ਉਵੇਂ ਜਦੋਂ ਕਬਰ ਦੇ ਵਿੱਚ ਦਬਾਇਆ ਜਾਂਦਾ ਹੈ ਉਦੋਂ ਇੱਕ ਨਵਾਜ਼ ਪੜ੍ਹੀ ਜਾਂਦੀ, ਉਹਨੂੰ ਤਕਬੀਰੀ ਜਨਾਜ਼ਾ ਇਹ ਆਖਦੇ ਨੇ। ਨਵਾਜ਼ ਹੈ, ਇਸ ਦਾ ਨਾਮ ਹੈ ਤਕਬੀਰੀ ਜਨਾਜ਼ਾ। ਉਹ ਨਵਾਜ਼, ਉਹ ਅਰਦਾਸ, ਉਹ ਬੇਨਤੀ ਜਿਹੜੀ ਦਫਨਾ ਕੇ ਕੀਤੀ ਜਾਂਦੀ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਖਰ ਬਿਹਤਮ ਕਸ ਨਾ ਦਰਦ, ਜਦੋਂ ਮੇਰਾ ਆਖਰੀ ਵਕਤ ਆਏਗਾ, ਮੈਂ ਮੌਤ ਦੇ ਲਈ ਪਿਆ ਹੋਵਾਂਗਾ, ਮਰਿਆ ਹੋਵਾਂਗਾ, ਡਿੱਗਿਆ ਹੋਵਾਂਗਾ। ਉਸ ਵਕਤ ਮੇਰੇ ਇਸ ਦਰਦ ਨੂੰ ਕਿਸੇ ਨੇ ਨਹੀਂ ਵਡਾਉਣਾ। ਤੇ ਸਮਾਂ ਨਾਰਾ ਲਾਣਗੇ, ਨਾਰਾ ਲਾ ਕੇ ਉਹਦੇ ਵਿੱਚ ਭਾਈ ਆਪੋ ਆਪਣੇ ਧਰਮ ਦੇ ਅਨੁਸਾਰ ਸਾਰੇ ਜਿਹੜੇ ਨੇ ਸਵੱਧ, ਕੋਈ ਜੈ ਰਾਮ ਆਖੇਗਾ, ਕੋਈ ਰਾਮ ਨਾਮ ਸਤ ਆਖੇਗਾ, ਕੋਈ ਅੱਲਾਹੂ ਅਕਬਰ ਆਖੇਗਾ, ਕੋਈ ਵਾਹਿਗੁਰੂ ਆਖੇਗਾ। ਤਕਬੀਰ ਤੇ ਜ਼ਿਆਦਾ ਕਰਨਗੇ ਤੇ ਸੰਸਕਾਰ ਕਰਕੇ ਸਿੱਖ ਧਰਮ ਵਾਲੇ ਕੀਰਤਨ ਸੋਲਾ ਪੜ੍ਹ ਦੇਣਗੇ, ਮੁਸਲਮਾਨ ਤਕਬੀਰੀ ਨਵਾਜ਼ ਪੜ੍ਹ ਦੇਣਗੇ, ਹਿੰਦੂ ਲੋਕ ਆਪਣੇ ਮਤ ਦੇ ਅਨੁਸਾਰ ਆਰਤੀ ਆਦਿ ਕਰ ਦੇਣਗੇ। ਇਹ ਉਸ ਸਮੇਂ ਹੋ ਸਕਦਾ ਹੈ, ਪਰ ਮੇਰਾ ਜਿਹੜਾ ਦਰਦ ਹੈ ਨਾ, ਉਹ ਕਿਸੇ ਤੋਂ ਨਹੀਂ ਵੰਡਾਇਆ ਜਾਏਗਾ ਜੀ। ਸਭ ਰੋਜ਼ ਗਸਤਮ ਦਰ ਹਵਾ ਕਰਦੇ ਬਦੀ ਖਿਆਲ। ਤੇ ਮੈਂ ਕਰਦਾ ਕੀ ਰਿਹਾ? ਸਭ ਰੋਜ਼ ਗਸਤਮ, ਗਸਤਮ ਦਾ ਅਰਥ ਹੁੰਦਾ ਹੈ, ਆਪਾਂ ਕਹਿ ਦਿੰਦੇ ਨਾ ਪੁਲਿਸ ਗਸਤ ਤੇ ਹੈ, ਤੁਰਨਾ ਫਿਰਨਾ। ਦਰ ਹਵਾ, ਹਵਾ ਦਾ ਅਰਥ ਹੈ ਵਾਸ਼ਨਾ। ਸਭ ਰੋਜ਼ ਗਸਤਮ, ਮੇਰੇ ਸਾਰੇ ਦਿਨ ਨੇ ਜਿਹੜੇ ਇਹ ਗੁਜ਼ਰ ਰਹੇ ਨੇ। ਕਿਵੇਂ? ਇੱਧਰੋਂ ਇੱਧਰ ਤੇ ਇੱਧਰੋਂ ਇੱਧਰ, ਦਰ ਹਵਾ ਵਾਸ਼ਨਾ ਦੇ ਵਿੱਚ ਮੇਰੇ ਸਾਰੇ ਦਿਨ ਨੇ ਜਿਹੜੇ ਇਹ ਗਸ਼ਤ ਕਰਦੇ ਜਾਂਦੇ ਨੇ, ਗੁਜ਼ਰ ਰਹੇ ਨੇ, ਨਿਕਲ ਰਹੇ ਨੇ। ਦਰ ਹਵਾ ਵਾਸ਼ਨਾ ਦੇ ਵਿੱਚ ਕਰਦੇ ਬਦੀ ਖਿਆਲ, ਤੇ ਮੈਂ ਕਰਦਾ ਕੀ ਰਿਹਾ? ਮੇਰੇ ਖਿਆਲ ਕਿਸ ਤਰ੍ਹਾਂ ਦੇ ਰਹੇ ਨੇ? ਬਦੀਆਂ ਦੇ, ਬੁਰਾਈਆਂ ਦੇ। ਹੇ ਵਾਹਿਗੁਰੂ, ਹੇ ਪਰਮਾਤਮਾ, ਹੇ ਸੱਚੇ ਸਤਿਗੁਰੂ ਜੀ, ਸਭ ਰੋਜ਼ ਗਸ਼ਤਮ ਦਰ ਹਵਾ, ਮੇਰੇ ਸਾਰੇ ਦਿਨ ਗਸ਼ਤ ਕਰ ਗਏ ਨੇ, ਗੁਜ਼ਰ ਗਏ ਨੇ, ਨਿਕਲ ਗਏ ਨੇ। ਦਰ ਹਵਾ ਵਾਸ਼ਨਾ ਦੇ ਵਿੱਚ, ਕਰਦੇਮ ਬਦੀ ਖਿਆਲ, ਤੇ ਮੇਰੇ ਖਿਆਲ ਨੇ ਜਿਹੜੇ ਇਹ ਬੁਰਾਈਆਂ ਵਾਲੇ ਬਣੇ ਰਹੇ ਹਨ ਜੀ। ਗਾਹੇ ਨਾਨੇ ਕੀ ਕਾਰ ਕਰਦਮ ਮਾਮਈ ਜਿਨੀ ਅਹਵਾਲ। ਕਦੇ ਵੀ, ਗਾਹੇ ਦਾ ਅਰਥ ਹੁੰਦਾ ਕਦੇ ਵੀ, ਨਾ ਨੇਕੀ ਕਾਰ ਕਰਦਾ। ਮੈਂ ਨੇਕੀ ਵਾਲਾ ਕੰਮ ਤਾਂ ਕਿਸੇ ਦਿਨ ਕੀਤਾ ਹੀ ਨਹੀਂ। ਮਮ ਮੇਰੇ ਈ ਚੀਨੀ ਅਹਵਾਲ, ਇਹ ਮੇਰਾ ਹਾਲ ਹੈ। ਮੇਰੀ ਜ਼ਿੰਦਗੀ ਦਾ ਜਿਹੜਾ ਹਵਾਲਾ ਹੈ ਨਾ, ਉਹ ਮੈਂ ਆਪ ਜੀ ਦੇ ਅੱਗੇ ਪੇਸ਼ ਕਰ ਦਿੱਤਾ ਹੈ। ਮੈਂ ਕਦੇ ਵੀ ਕਿਸੇ ਦਿਨ ਵੀ ਨੇਕੀ ਵਾਲਾ ਕੰਮ ਨਹੀਂ ਕੀਤਾ। ਖਿਆਲ ਸਨ ਉਹ ਬਦੀਆਂ ਵਾਲੇ ਰੱਖੇ ਨੇ, ਤੇ ਸਾਰੇ ਰੋਜ਼ ਨੇ ਜਿਹੜੇ ਉਹ ਵਾਸ਼ਨਾਵਾਂ ਦੇ ਵਿੱਚ ਗੁਜ਼ਾਰਨਾ ਕੀਤੇ ਹਨ ਜੀ। ਬਦਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ। ਬਦਬਖਤ, ਇਸ ਕਰਕੇ ਮੈਂ ਮਾੜੇ ਭਾਗਾਂ ਵਾਲਾ ਹਾਂ, ਮੰਦੇ ਭਾਗ ਨੇ ਮੇਰੇ। ਮੰਦੇ ਬਖਤ ਭਾਗ ਕਰਮ ਲੇਖ, ਮੇਰੇ ਜਿਹੜੇ ਲੇਖ ਨੇ ਉਹ ਬਦ ਨੇ, ਮਾੜੇ ਨੇ, ਮੰਦੇ ਨੇ। ਮਾਮਚੂ ਬਖੀਲ,
ਤੇ ਮੰਦੇ ਕਿਵੇਂ ਨੇ? ਬਖੀਲ, ਬਖੀਲੀ ਕਰਦਾ ਰਿਹਾ ਮੈਂ, ਈਰਖਾ, ਬਖੀਲੀ ਮੈਂ ਬਖੀਲੀ ਕਰਦਾ ਰਿਹਾ, ਈਰਖਾ ਕਰਦਾ ਰਿਹਾ, ਗਾਫਿਲ ਸੁਸਤ ਰਿਹਾ ਵਾਂ ਨਾਮ ਜਪਣ ਵੱਲੋਂ, ਸਿਮਰਨ ਕਰਨ ਵੱਲੋਂ। ਇੱਧਰੋਂ ਮੈਂ ਗਾਫਲ ਹੋਇਆ ਰਿਹਾ, ਸੁਸਤ ਰਿਹਾ, ਬੇਪਰਵਾਹ ਦੇ ਰਿਹਾ, ਬੇਨਜ਼ਰ, ਤੇ ਮੈਂ ਗਿਆਨ ਦੀਆਂ ਅੱਖਾਂ ਤੋਂ ਅੰਨਾ ਰਿਹਾ, ਬੇਬਾਕ, ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵੱਲੋਂ ਮੈਂ ਚੁੱਪ ਰਿਹਾ। ਬੇਬਾਕ ਦਾ ਅਰਥ ਹੁੰਦਾ ਕੁਝ ਵੀ ਨਾ ਬੋਲਣਾ, ਚੁੱਪ ਕਰ ਰਹਿਣਾ। ਬੇਬਾਕ, ਬਾਕ ਦਾ ਅਰਥ ਹੈ ਵਚਨ, ਬੇਬਿਨਾ। ਹੇ ਸੱਚੇ ਸਤਿਗੁਰ ਜੀ, ਆਪ ਜੀ ਦਾ ਨਾਮ ਜਪਣ ਵਾਲੇ ਪਾਸਿਓਂ ਮੈਂ ਚੁੱਪ ਰਿਹਾ, ਨਾਮ ਨਹੀਂ ਜਪਿਆ। ਬੇਨਜ਼ਰ, ਗਿਆਨ ਵਾਲੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਨਹੀਂ ਖੋਲੀਆਂ। ਗਾਫਲ, ਇਧਰਲੇ ਪਾਸੋਂ ਮੈਂ ਸੁਸਤਾਇਆ ਰਿਹਾ, ਸੁਸਤ ਰਿਹਾ। ਬਖੀਲੀ, ਈਰਖਾ ਦਵੈਸ ਕਰਦਾ ਰਿਹਾ। ਇਸ ਕਰਕੇ ਮੇਰੇ ਕਰਮ ਭਾਗ ਨੇ ਜਿਹੜੇ ਬੜੇ ਮਾੜੇ ਹਨ ਜੀ। ਨਾਨਕ ਬਗੋਇਦ ਜਨ ਤੁਲਾ, ਤੇਰੇ ਚਾਕਰਾਂ ਪਾਖਾਕ। ਬਗੋਇਦ ਦਾ ਅਰਥ ਹੁੰਦਾ ਬੇਨਤੀ ਕਰਨ ਵਾਲਾ। ਜਿਵੇਂ ਐਪਲੀਕੇਸ਼ਨ ਲਿਖ ਕੇ ਅਖੀਰ ਦੇ ਵਿੱਚ ਲਿਖਿਆ ਜਾਂਦਾ ਨਾ, ਆਪ ਜੀ ਦਾ ਆਗਿਆਕਾਰੀ, ਬੇਨਤੀ ਕਰਤਾ। ਬਗੋਇਦ, ਮੈਂ ਬੇਨਤੀ ਕਰਨ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਦੱਸ ਰਹੇ ਨੇ, ਜਨ ਤੁਰਾ, ਤੇਰਾ ਦਾਸ। ਇੱਥੇ ਨੰਨੇ ਨੂੰ ਔਂਕੜ ਆ ਗਈ, ਹੁਣ ਦਾਸ ਸ਼ਬਦ ਬਣੇਗਾ। ਨਾਨਕ ਬਗੋਇਦ ਜਨ ਤੁਰਾ, ਹੇ ਵਾਹਿਗੁਰੂ ਜੀ, ਮੈਂ ਤੇਰਾ ਦਾਸ ਹਾਂ ਤੇ ਤੇਰਾ ਦਾਸ ਤੇਰੇ ਅੱਗੇ ਬੇਨਤੀ ਕਰਦਾ, ਭਾਵ ਤੇਰਾ ਆਗਿਆਕਾਰੀ ਬੇਨਤੀ ਕਰਤਾ ਹਾਂ। ਤੇ ਬੇਨਤੀ ਦੇ ਵਿੱਚ ਅਸੀਂ ਤੇਰੇ ਅੱਗੇ ਅਰਦਾਸ ਇਹ ਕਰਦੇ ਹਾਂ, ਤੇਰੇ ਚਾਕਰਾਂ, ਜਿਹੜੇ ਤੇਰੇ ਚਾਕਰ ਹੋਣ ਨਾ, ਜਿਹੜੇ ਤੇਰੇ ਸੇਵਕ ਤੇਰਾ ਨਾਮ ਜਪਣ ਵਾਲੇ ਹੋਣ, ਪਾ ਖਾਕ, ਉਹਨਾਂ ਦੀ ਖਾਕ ਸਾਡੀ ਝੋਲੀ ਵਿੱਚ ਪੈ ਜਾਵੇ ਜੀ। ਤਿਲੰਗ ਮਹੱਲਾ ਪਹਿਲਾ, ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਵਨ ਸ਼ਬਦ ਇਹ ਵੀ ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਤਲੰਗ ਰਾਗ ਦੇ ਅੰਦਰ ਸੁਰ ਤਾਲ ਦੇ ਦੂਸਰੇ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ। ਪਹਿਲਾ ਸ਼ਬਦ ਸੁਰ ਤਾਲ ਦੇ ਪਹਿਲੇ ਘਰ ਦੇ ਵਿੱਚ ਗਾਇਨ ਕੀਤਾ ਗਿਆ ਹੈ। ਇੱਕ ਅਦੁੱਤੀ ਓੰਕਾਰ, ਸਰਬ ਕਾ ਪ੍ਰਕਾਸ਼ਕ, ਸਤ ਚਿਤ ਆਨੰਦ, ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੀ। ਭਾਉ ਤੇਰਾ ਭਾਂਗ, ਖੱਲੜੀ ਮੇਰਾ ਚੀਤ। ਇਸ ਪਾਵਨ ਸ਼ਬਦ ਦਾ ਇੱਕ ਇਤਿਹਾਸਿਕ ਪੱਖ ਹੈ। ਜਿਸ ਵਕਤ ਬਾਬਰ ਨੇ ਇਮਨਾਬਾਦ ਨੂੰ ਸਰ ਕਰਕੇ ਤੇ ਰਹਿੰਦਿਆਂ ਨੂੰ ਕੈਦੀ ਬਣਾ ਲਿਆ ਸੀ, ਧੰਨ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਕੈਦੀਆਂ ਦੇ ਵਿੱਚ ਸਨ। ਜਿਸ ਵਕਤ ਗੁਰੂ ਮਹਾਰਾਜ ਜੀ ਨੂੰ ਲੈ ਗਏ ਤੇ ਕੈਦੀਆਂ ਨੂੰ ਚੱਕੀ ਤੇ ਲਾ ਦਿੱਤਾ। ਚੱਕੀ ਪੀਣ ਵਾਸਤੇ ਅੱਡ ਅੱਡ ਕੰਮ ਸੀ ਜਿਹੜੇ ਉਹ ਵੰਡ ਦਿੱਤੇ। ਗੁਰੂ ਨਾਨਕ ਦੇਵ ਜੀ ਦੇ ਵੰਡੇ ਦੇ ਵਿੱਚ ਚੱਕੀ ਪੀਣੀ ਆਈ। ਜਦੋਂ ਚੱਕੀ ਪੀ ਰਹੇ ਨੇ, ਚੱਕੀ ਆਪੇ ਚੱਲ ਰਹੀ ਹੈ, ਆਪੇ ਵਿੱਚ ਗਾਲਾ ਪੈ ਰਿਹਾ, ਤੇ ਕਿਸੇ ਨੇ ਜਾ ਕੇ ਬਾਬਰ ਨੂੰ ਦੱਸ ਦਿੱਤਾ ਵੀ ਕੋਈ ਇਸ ਤਰ੍ਹਾਂ ਦਾ ਔਲੀਆ ਫਕੀਰ ਹੈ ਜਿੰਦੇ ਵਿੱਚ ਬੜੀ ਕਰਾਮਾਤ ਹੈ ਤੇ ਤੁਸੀਂ ਕੈਦੀ ਕੀਤਾ। ਫਿਰ ਬਾਬਰ ਆਪ ਚੱਲ ਕੇ ਆਇਆ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਤੇ ਮਾਫੀ ਮੰਗੀ, ਬੇਨਤੀ ਕੀਤੀ। ਉਦੋਂ ਭਾਈ ਸਮਾਂ ਇਸ ਤਰ੍ਹਾਂ ਦਾ ਸੀ, ਅੱਜ ਵੀ ਹੈਗੇ ਨੇ ਸਾਧੂ ਸੰਤ ਜਿਹੜੇ ਨਸ਼ੇ ਕਰਦੇ ਨੇ, ਤੇ ਨਸ਼ਾ ਸੀ ਜਿਹੜਾ ਉਦੋਂ ਸਭ ਤੋਂ ਜ਼ਿਆਦਾ ਮਸ਼ਹੂਰ ਸੀ ਭੰਗ ਦਾ। ਸੁੱਖੇ ਦਾ ਨਸ਼ਾ ਜਿਹੜਾ ਇਹ ਜ਼ਿਆਦਾ ਕੀਤਾ ਜਾਂਦਾ ਸੀ। ਇਸ ਤਰ੍ਹਾਂ ਮੰਨਿਆ ਜਾਂਦਾ ਕਿ ਇਹਦੇ ਨਾਲ ਵਿਅਕਤੀਗਤ ਜਿਹੜਾ ਉਹ ਚੜ੍ਹਦਾ ਹੈ ਤੇ ਉਹਦੇ ਨਾਲ ਸੁਰਤੀ ਹੈ ਜਿਹੜੀ ਉਹ ਲੱਗਦੀ ਹੈ, ਇਹ ਖਿਆਲ ਸੀ। ਹੁਣ ਬਾਬਰ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਉਸੇ ਤਰ੍ਹਾਂ ਦਾ ਫਕੀਰ ਜਾਣਦੇ ਹੋਇਆਂ ਭੰਗ ਸੀ ਉਹ ਪੇਸ਼ ਕੀਤੀ, ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਨਾ ਕਰ ਦਿੱਤੀ ਵੀ ਇਹ ਸਾਡੇ ਕੰਮ ਦੀ ਚੀਜ਼ ਨਹੀਂ, ਇਹ ਸਾਡੇ ਯੋਗ ਨਹੀਂ, ਅਸੀਂ ਇਹਨੂੰ ਨਹੀਂ ਵਰਤਣਾ। ਸੱਚੇ ਸਤਿਗੁਰ ਨੇ ਫਿਰ ਗਿਆਨ ਦਿੱਤਾ ਵੀ ਅਸੀਂ ਭੰਗ ਖਾਂਦੇ ਆ, ਇਹ ਨਾ ਸਮਝੀ ਵੀ ਨਹੀਂ ਖਾਂਦੇ। ਕਿਹੜੀ ਖਾਂਦੇ ਆ? ਭਾਉ ਤੇਰਾ ਭਾਂਗ, ਇਹ ਭੰਗ ਖਾਂਦੇ ਆ। ਜਿਹੜਾ ਉਸ ਪਰਮਾਤਮਾ ਤੋਂ ਡਰ ਕੇ ਰਹਿਣਾ ਨਾ, ਇਹ ਸਾਡੇ ਲਈ ਭੰਗ ਹੈ। ਭਾਂਗ ਦਾ ਅਰਥ ਹੈ ਭੰਗ, ਆਪਾਂ ਆਮ ਬੋਲੀ 'ਚ ਸੁੱਖ ਆਖ ਦਿੰਦੇ ਹਾਂ। ਭਾਉ ਦਾ ਅਰਥ ਹੈ ਭਾਵਨਾ, ਪ੍ਰੇਮ, ਡਰ। ਹੇ ਵਾਹਿਗੁਰੂ ਜੀ, ਹੇ ਸੱਚੇ ਸਤਿਗੁਰ ਜੀ, ਆਪ ਜੀ ਦਾ ਜੋ ਸਾਡੇ ਅੰਦਰ ਡਰ ਬਣਿਆ ਹੋਇਆ ਨਾ, ਇਹ ਸਾਡੀ ਭੰਗ ਹੈ। ਇਹ ਉਹ ਸੱਚੇ ਸਤਿਗੁਰ ਦੇ ਡਰ ਦੇ ਨਾਲ ਜੋ ਸਾਨੂੰ ਉਸ ਦੇ ਪ੍ਰੇਮ ਦਾ, ਭਾਵਨਾ ਦਾ ਨਸ਼ਾ ਚੜਿਆ ਰਹਿੰਦਾ ਹੈ। ਖੱਲੜੀ ਇਹ ਨਾ ਭੰਗ ਰੱਖਣ ਦਾ ਇੱਕ ਸਾਧਨ ਹੁੰਦਾ ਸੀ, ਚਮੜੇ ਦਾ ਬਣਿਆ ਹੋਇਆ ਇੱਕ ਥੈਲਾ ਜਿਹਾ,
ਭੰਗ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ। ਮੇਰਾ ਚੀਤ, ਤੇ ਅਸੀਂ ਇਹਨੂੰ ਸੰਭਾਲ ਕੇ ਕਿੱਥੇ ਰੱਖਦੇ ਹਾਂ? ਚਿੱਤ ਦੇ ਵਿੱਚ, ਭਾਵ ਚੇਤਾ ਨਹੀਂ ਭੁੱਲਣ ਦਿੰਦੇ। ਹੁਣ ਪੂਰੀ ਤੁਕ ਦਾ ਜਿਹੜਾ ਅਰਥ ਹੈ ਉਹ ਥੋੜਾ ਆਪਾਂ ਫਿਰ ਸਮਝ ਲਈਏ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ। ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਭਾਈ ਸਾਡਾ ਜਿਹੜਾ ਚਿੱਤ ਹੈ ਉਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਡਰ ਨੂੰ ਜੋ ਅਸੀਂ ਭੁੱਲਣ ਨਹੀਂ ਦਿੰਦੇ, ਇਹ ਉਸ ਦੇ ਪਿਆਰ ਦਾ, ਉਸ ਦੀ ਭਾਵਨਾ ਦਾ, ਉਸ ਦੀ ਸ਼ਰਧਾ ਦਾ ਸਾਨੂੰ ਨਸ਼ਾ ਬਣਿਆ ਰਹਿੰਦਾ ਹੈ ਜੀ। ਮੈਂ ਦੇਵਾਨਾ ਭਇਆ ਅਤੀਤ। ਤੇ ਇਸ ਤਰ੍ਹਾਂ ਨਸ਼ੇ ਦੇ ਵਿੱਚ ਦੀਵਾਨਾ ਮਸਤਾਨਾ ਜਦੋਂ ਹੋਣਾ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਉਸ ਸੱਚੇ ਸਤਿਗੁਰ ਦੀ ਪ੍ਰੇਮ ਭਾਵਨਾ ਦੇ ਵਿੱਚ ਜੋ ਜੁੜੇ ਰਹਿੰਦੇ ਹਾਂ, ਇਹੀ ਸਾਡੀ ਦੀਵਾਨਗੀ ਏ ਭਇਆ ਅਤੀਤ। ਤੇ ਇਸੇ ਦੀਵਾਨਗੀ ਨੇ ਨਾ ਸਾਨੂੰ ਅਤੀਤ ਕਰ ਦਿੱਤਾ। ਅਤੀਤ ਕਹਿੰਦੇ ਨੇ ਜਿਹੜਾ ਕੱਲਾ ਸਰੀਰ ਰਹਿ ਜਾਵੇ ਉਹਨੂੰ ਅਤੀਤ ਆਖਿਆ ਜਾਂਦਾ ਏ। ਜਿਨੇ ਹਰ ਪ੍ਰਕਾਰ ਦਾ ਤਿਆਗ ਕਰ ਦਿੱਤਾ ਹੋਵੇ ਉਸ ਨੂੰ ਅਤੀਤ ਆਖਿਆ ਜਾਂਦਾ ਹੈ। ਇੱਥੋਂ ਤੱਕ ਕਿ ਕਈ ਅਤੀਤ ਇਸ ਤਰ੍ਹਾਂ ਦੇ ਵੀ ਸਮਾਜ ਦੇ ਵਿੱਚ ਵਿਚਰਦੇ ਨੇ, ਉਹ ਆਪਣੇ ਬਦਨ ਦੇ ਵਸਤਰ ਨੇ ਜਿਹੜੇ ਉਹਨਾਂ ਨੂੰ ਵੀ ਤਿਆਗ ਦਿੰਦੇ ਨੇ। ਜਿਨੇ ਸਭ ਕੁਝ ਤਿਆਗ ਦਿੱਤਾ ਉਹਨੂੰ ਅਤੀਤ ਆਖਿਆ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਭਇਆ ਅਤੀਤ। ਅਸੀਂ ਇਸ ਤਰ੍ਹਾਂ ਸਾਰਾ ਕੁਝ ਤਿਆਗਿਆ ਹੋਇਆ ਹੈ, ਹਰ ਪ੍ਰਕਾਰ ਦੇ ਵਿਕਾਰ। ਹੁਣ ਗੁਰਸਿੱਖ ਵੀ ਅਤੀਤ ਹੈ। ਕਿਵੇਂ? ਜੇ ਉਹਨੇ ਸਾਰੇ ਵਿਕਾਰਾਂ ਨੂੰ ਛੱਡਿਆ। ਜੇ ਵਿਕਾਰ ਨਹੀਂ ਛੱਡੇ ਤਾਂ ਫਿਰ ਅਤੀਤ ਨਹੀਂ, ਤੇ ਫਿਰ ਉਹ ਗੁਰਸਿੱਖ ਵੀ ਨਹੀਂ ਹੈਗਾ। ਮੈਂ ਦੀਵਾਨਾ ਭਇਆ ਅਤੀਤ। ਹੇ ਸੱਚੇ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਜੀਓ, ਜੋ ਆਪ ਜੀ ਦਾ ਡਰ ਅੰਦਰ ਵਸਾ ਕੇ ਰੱਖਣਾ ਹੈ, ਆਪ ਜੀ ਦੇ ਭੈ ਦੇ ਵਿੱਚ ਰੱਖਣਾ ਹੈ, ਚਿੱਤ ਦੇ ਵਿੱਚ ਚੇਤਾ ਰੱਖਣਾ ਹੈ ਆਪ ਜੀ ਦੇ ਨਾਮ ਦਾ, ਇਹਦਾ ਜੋ ਸਾਡੇ ਅੰਦਰ ਨਸ਼ਾ ਬਣਿਆ ਰਹਿਣਾ ਹੈ, ਜਿਹੜੀ ਅੰਦਰ ਦੀ ਤੇਰੀ ਕਿਰਪਾ ਰਹਿਮਤ ਬਣੀ ਰਹਿਣੀ ਹੈ, ਇਹੀ ਸਾਡੇ ਲਈ ਸੁੱਖਾ ਹੈ। ਮੈਂ ਦੀਵਾਨਾ ਭਇਆ ਤੀ। ਤੇ ਇਸ ਤਰ੍ਹਾਂ ਅਸੀਂ ਤੇਰੇ ਨਾਮ ਦੇ ਦੀਵਾਨੇ ਹੋਏ ਹਾਂ ਤੇ ਸੰਸਾਰ ਵੱਲੋਂ ਅਤੀਤ ਹੋਏ ਹਾਂ ਜੀ। ਕਰ ਕਾਸਾ ਦਰਸ਼ਨ ਕੀ ਭੂਖ। ਕਰ ਕਾਸਾ ਇੱਕ ਬਰਤਨ ਹੁੰਦਾ ਹੈ ਜਿੰਦੇ ਵਿੱਚ ਨਾ ਕੁਝ ਮੰਗ ਕੇ ਖਾਧਾ ਜਾਂਦਾ। ਹੁਣ ਅਤੀਤ ਤਾਂ ਹੋ ਗਿਆ ਹੈ, ਸਰੀਰ ਜਿਹੜਾ ਹੈ ਉਹਨੂੰ ਅਤੀਤ ਕਰ ਲਿਆ, ਪਰ ਅੰਦਰ ਜਿਹੜਾ ਹੈ ਨਾ ਮਨ, ਉਹ ਅਤੀਤ ਨਹੀਂ ਹੋਇਆ। ਜਿਹੜੀ ਪੇਟ ਵਾਲੀ ਭੱਠੀ ਹੈ ਉਹ ਅਤੀਤ ਨਹੀਂ ਹੋਈ। ਹੁਣ ਇਹਨੂੰ ਝੋਕਾ ਲਾਣਾ ਹੈ ਤੇ ਫਿਰ ਕਿਸੇ ਦੇ ਘਰੇ ਜਾ ਕੇ ਬਰਤਨ ਹੈ ਜਿਹੜਾ ਉਹ ਅੱਗੇ ਕਰਨਾ ਪਏਗਾ। ਇਹ ਫਿਰ ਅਤੀਤ ਪੁਰਾਣੀ। ਇਸੇ ਵਾਸਤੇ ਸਿੱਖ ਧਰਮ ਦੇ ਵਿੱਚ ਗ੍ਰਸਥ ਆਸ਼ਰਮ ਨੂੰ ਸਭ ਤੋਂ ਵੱਡਾ ਮੰਨਿਆ ਗਿਆ ਹੈ। ਸਭ ਤੋਂ ਵੱਡਾ ਭਗਤ ਉਹ ਹੈ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ, ਸਿਮਰਨ ਕਰਦਾ ਤੇ ਆਏ ਗਏ ਦਾ ਢਿੱਡ ਭਰਦਾ ਹੈ। ਸਭ ਤੋਂ ਵੱਡਾ ਭਗਤ ਉਹ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਰ ਕਾਸਾ। ਸਾਡੇ ਹੱਥ ਦੇ ਵਿੱਚ ਵੀ ਬਰਤਨ ਹੈਗਾ ਮੰਗਣ ਵਾਲਾ, ਦਰਸ਼ਨ ਕੀ ਭੂਖ। ਤੇ ਅਸੀਂ ਉੱਥੇ ਜਾ ਕੇ ਨਾ ਢਿੱਡ ਦੀ ਭੁੱਖ ਵਾਸਤੇ ਨਹੀਂ ਕੁਝ ਮੰਗਦੇ। ਕੀ ਮੰਗਦੇ ਆ? ਕਿ ਤੇਰੇ ਦਰਸ਼ਨ ਹੋ ਜਾਣ, ਤੇਰੇ ਦਰਸ਼ਨਾਂ ਦੀ ਮੰਗ ਕਰਦੇ ਆ। ਇੱਕ ਵਾਰੀ ਮੈਂ ਫਿਰ ਥੋੜਾ ਜਿਹਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਜਿਸ ਵਕਤ ਬਾਬਰ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਭੰਗ ਪੇਸ਼ ਕੀਤੀ ਤੇ ਧੰਨ ਗੁਰੂ ਮਹਾਰਾਜ ਜੀ ਨੇ ਪਾਵਨ ਸ਼ਬਦ ਉਸ ਵਕਤ ਉਚਾਰਨਾ ਕੀਤਾ, ਇਹਦੀ ਰਚਨਾ ਕੀਤੀ। ਸੱਚੇ ਸਤਿਗੁਰ ਨੇ ਇਹਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਬੜਾ ਸੋਹਣਾ ਦੱਸਿਆ, ਗਿਆਨ ਵੀ ਦਿੱਤਾ ਹੈ, ਸਾਨੂੰ ਨਸ਼ਿਆਂ ਤੋਂ ਵੀ ਮੁਕਤ ਕੀਤਾ ਗੁਰੂ ਜੀ ਨੇ, ਗੁਰਬਾਣੀ ਨੇ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਜੋ ਤੇਰਾ ਡਰ ਹੈ ਸਾਡੇ ਲਈ ਇਹੀ ਭੰਗ ਹੈ, ਇਹੀ ਸੁੱਖ ਹੈ। ਤੇ ਜਿਹੜਾ ਚਿੱਤ ਦੇ ਵਿੱਚ ਚੇਤੇ ਰੱਖਣਾ ਹੈ, ਇਹ ਇਸ ਨੂੰ ਰੱਖਣ ਦਾ ਸਾਧਨ ਹੈ। ਇਸ ਤਰ੍ਹਾਂ ਅਸੀਂ ਅਤੀਤ ਹੋ ਗਏ ਹਾਂ, ਦੀਵਾਨੇ ਹੋ ਗਏ ਹਾਂ। ਤੇ ਜਿਹੜਾ ਮੰਗ ਕੇ ਖਾਣਾ ਹੈ ਉਹ ਅਸੀਂ ਛੱਡਿਆ ਹੋਇਆ। ਮੰਗਦੇ ਹਾਂ ਪਰ ਮੰਗਣਾ ਕੀ ਏ? ਦਰਸ਼ਨ ਕੀ ਭੂਖ। ਤੇਰੇ ਦਰਸ਼ਨਾਂ ਦੀ ਭੁੱਖ ਹੈ, ਤੇਰੇ ਦਰ ਤੋਂ ਇਹੀ ਮੰਗਦੇ ਹਾਂ ਜੀ। ਮੈਂ ਦਰ ਮੰਗੋ ਨੀਤਾ ਨੀਤ। ਤੇ ਇਹ ਅਸੀਂ ਤੇਰੇ ਦਰ ਤੋਂ ਰੋਜ਼ ਹੀ ਮੰਗਣਾ ਹੈ, ਇੱਕ ਦਿਨ ਨਹੀਂ ਮੰਗਣਾ। ਨੀਤਾ ਨੀਤ, ਸਦੀਵੀ ਸਦਾ ਮੰਗਣਾ ਹੈ। ਕਰ ਦਾ ਅਰਥ ਹੁੰਦਾ ਹੱਥ ਕਾਸਾ। ਅਸੀਂ ਹੱਥਾਂ ਦਾ ਕਾਸ਼ਾ ਬਣਾ ਲਿਆ, ਹੁਣ ਬਰਤਨ ਵੀ ਨਹੀਂ ਹੈਗਾ। ਦੋਵੇਂ ਹੱਥ ਨੇ ਜਿਹੜੇ ਇਸ ਤਰ੍ਹਾਂ ਕਾਸ਼ਾ ਬਰਤਨ ਬਣਾ ਲਏ। ਤੇ ਤੂੰ ਕਿਰਪਾ ਕਰ ਇਸ ਬਰਤਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਜਿਹੜੀ ਭੁੱਖ ਹੈ ਨਾ, ਭਾਵ ਜਿਹੜੇ ਸਾਡੇ ਅੰਦਰ ਦੀ ਭੁੱਖ ਹੈ ਆਪ ਜੀ ਦੇ ਦਰਸ਼ਨਾਂ ਦੀ, ਉਹ ਦੂਰ ਹੋ ਜਾਵੇ।
ਮੈਂ ਦਰ ਮੰਗੋ, ਅਸੀਂ ਤੇਰੇ ਦਰ ਤੋਂ ਮੰਗਣਾ ਕਰਦੇ ਹਾਂ ਨੀਤਾ ਨੀਤ ਨਿਤਾ ਪ੍ਰਤੀ ਜੀ। ਤਉ ਦਰਸ਼ਨ ਕੀ ਕਲਉ ਸਮਾਏ। ਸਮਾਏ ਦਾ ਅਰਥ ਹੁੰਦਾ ਅਭਿਆਸ ਕਰਨਾ। ਤੇਰੇ ਦਰਸ਼ਨਾਂ ਦੇ ਲਈ ਮੈਂ ਨਿਤਾ ਪ੍ਰਤੀ ਤੇਰੇ ਨਾਮ ਦਾ ਅਭਿਆਸ ਕਰਾਂ। ਤਉ ਦਰਸ਼ਨ ਕੀ ਹੈ ਵਾਹਿਗੁਰੂ ਜੀ, ਤੇਰੇ ਦਰਸ਼ਨਾਂ ਦੀ ਜਿਹੜੀ ਹੈ ਨਾ ਕਰੋ ਸਮਾਏ। ਸਮਾਏ ਦਾ ਅਰਥ ਹੁੰਦਾ ਅਭਿਆਸ ਕਰਨਾ। ਤੂੰ ਰਹਿਮਤ ਕਰ, ਕਿਰਪਾ ਕਰ, ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਦੇ ਲਈ ਮੈਂ ਇਹ ਅਭਿਆਸ ਹੈ ਜਿਹੜਾ ਪਿਛਲੀਆਂ ਤੁਕਾਂ ਦੇ ਵਿੱਚ ਦੱਸਿਆ, ਇਹ ਹਰ ਰੋਜ਼ ਕਰਦਾ ਰਵਾਂ ਜੀ। ਮੈਂ ਦਰ ਮੰਗਤ ਭੇਖਿਆ ਪਾਏ। ਮੈਂ ਤੇਰੇ ਦਰ ਤੋਂ ਮੰਗਦਾ ਤੇ ਤੂੰ ਆਪ ਕਿਰਪਾ ਕਰ, ਹੁਣ ਮੈਨੂੰ ਇਹ ਭਿਖਿਆ ਪਾ ਦੇ। ਮੈਂ ਦਰ ਮੰਗਤ, ਮੈਂ ਮੰਗਤਾ, ਮੰਗਤ ਦਾ ਅਰਥ ਹੁੰਦਾ ਮੰਗਤਾ। ਮੈਂ ਦਰ ਮੰਗਤ, ਮੈਂ ਤੇਰੇ ਦਰ ਦਾ ਮੰਗਤਾ ਹਾਂ। ਭਿਖਿਆ ਪਾਏ, ਤੂੰ ਕਿਰਪਾ ਕਰ, ਆਪ ਜੀ ਦੇ ਦਰਸ਼ਨਾਂ ਦੀ ਭਿਖਿਆ ਪਾਣੀ ਕਰੋ ਜੀ। ਰਹਾਉ ਕੇਸਰ ਕੁਸਮ ਮਿਰਗ ਮੈਂ ਰਹਿਣਾ, ਹਰਣਾ ਸਰਬ ਸਰੀਰੀ ਚੜਨਾ। ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕੁਝ ਇੱਕ ਦ੍ਰਿਸ਼ਟਾਂਤ ਦਿੱਤੇ ਨੇ। ਇਹਨਾਂ ਨੂੰ ਸਮਝਣਾ ਸਾਡੇ ਜੀਵਨ ਦੇ ਵਿੱਚ ਬੜਾ ਜ਼ਰੂਰੀ ਹੈ। ਕੇਸਰ, ਕੁਸਮ, ਮਿਰਗਮੈ, ਹਰਣਾ, ਸਰਬ ਸਰੀਰੀ ਚੜਨਾ, ਇਹ ਸਾਰੀਆਂ ਸੁਗੰਧੀ ਵਾਲੀਆਂ ਚੀਜ਼ਾਂ ਨੇ। ਕੇਸਰ ਹੈ ਜਿਹੜਾ, ਕੁਸਮ ਫੁੱਲ, ਮਿਰਗਮੈ ਇਹ ਕਸਤੂਰੀ ਹੈ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਇਹ ਸੁਗੰਧੀ ਵਾਲੀਆਂ ਨੇ। ਸਰਬ ਸਰੀਰੀ ਚੜਨਾ, ਤੇ ਇਹ ਸੁਗੰਧੀ ਹੈ ਜਿਹੜੀ ਜਿਹੜੇ ਸਰੀਰ ਨੂੰ ਮਰਜ਼ੀ ਲਾ ਦਿਓ ਉਹਨੂੰ ਉਹਦੇ ਚੋਂ ਸੁਗੰਧੀ ਆਉਣ ਲੱਗ ਜਾਏਗੀ। ਥੋੜਾ ਗੌਰ ਫਰਮਾਓ, ਧੰਨ ਗੁਰਬਾਣੀ ਦੇ ਨਾਲ ਜੁੜੀਏ, ਫਿਰ ਗੱਲ ਦੀ ਸਮਝ ਆਏਗੀ। ਬੜੀ ਯੋਗ ਧੰਨ ਗੁਰੂ ਮਹਾਰਾਜ ਜੀ ਨੇ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ, ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਜੀ ਇੱਥੇ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ ਵੀ ਇਹ ਸੁਗੰਧੀ ਵਾਲੀਆਂ ਚੀਜ਼ਾਂ ਨੇ। ਕੇਸਰ, ਕੁਸਮ, ਮਿਰਗਮੈ, ਹਰਨਾ, ਇਹ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਇਹ ਸੁਗੰਧੀ ਵਾਲੀਆਂ ਨੇ। ਸਰਬ ਸਰੀਰੀ ਚੜਨਾ, ਤੇ ਇਹ ਸੁਗੰਧੀ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਹੜਾ ਮਰਜ਼ੀ ਸਰੀਰ ਤੇ ਲਾ ਦੇ ਸਾਰੇ ਸਰੀਰਾਂ ਤੇ ਲੱਗ ਜਾਣਗੀਆਂ। ਚੜਨਾ ਦਾ ਅਰਥ ਹੈ ਚੜ ਜਾਣਗੀਆਂ, ਲੱਗ ਜਾਣਗੀਆਂ। ਇਹ ਸੁਗੰਧੀ ਵਾਲੀਆਂ ਚੀਜ਼ਾਂ ਨੇ ਭਾਈ, ਇਹ ਸਾਰਿਆਂ ਦੇ ਸਰੀਰਾਂ ਤੇ ਲੱਗ ਜਾਣਗੀਆਂ ਜੀ। ਚੰਦਨ ਭਗਤਾ ਜੋਤ ਇਨਹੀ ਸਰਬੇ ਪਰਮਲ ਕਰਨਾ। ਪਰ ਜਿਹੜੇ ਭਗਤ ਨੇ ਨਾ ਇਹਨਾਂ ਦੀ ਜਿਹੜੀ ਸੁਗੰਧੀ ਹੈ ਇਹ ਚੰਦਨ ਵਰਗੀ ਹੈ। ਜਿੱਥੇ ਚੰਦਨ ਦਾ ਬੂਟਾ ਹੋਵੇ ਉਹ ਆਪਣੇ ਆਲੇ ਦੁਆਲੇ ਨੂੰ ਨਾ ਆਪਣੀ ਸੁਗੰਧੀ ਦੇ ਨਾਲ ਭਰ ਦਿੰਦਾ ਹੈ। ਉਸੇ ਤਰ੍ਹਾਂ ਜਿਹੜੇ ਭਗਤ ਨੇ, ਭਗਤਾਂ ਦੀ ਜਿਹੜੀ ਸੁਗੰਧੀ ਹੈ ਉਹ ਚੰਦਨ ਵਰਗੀ ਹੈ। ਜੋਤ ਅਨੇਹੀ ਸਰਬੇ ਪਰਮਲ, ਪਰਮਲ ਦਾ ਅਰਥ ਹੁੰਦਾ ਸੁਗੰਧੀ ਕਰਨਾ। ਹੁਣ ਜਿਵੇਂ ਚੰਦਨ ਸਾਰੇ ਆਲੇ ਦੁਆਲੇ ਨੂੰ ਆਪਣੀ ਸੁਗੰਧੀ ਨਾਲ ਭਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜੇ ਭਗਤ ਨੇ ਨਾ ਉਹ ਵੀ ਆਪਣੇ ਆਲੇ ਦੁਆਲੇ ਨੂੰ ਸੁਗੰਧੀ ਦੇ ਨਾਲ ਭਰ ਦਿੰਦੇ ਨੇ। ਹੁਣ ਇਹਨਾਂ ਦੋਵਾਂ ਤੁਕਾਂ ਨੂੰ ਆਪਾਂ ਮਿਲਾ ਕੇ ਸਮਝਣ ਦਾ ਯਤਨ ਕਰਾਂਗੇ। ਧੰਨ ਗੁਰੂ ਜੀ ਨੇ ਇੱਥੇ ਸਾਨੂੰ ਇਹ ਦੱਸਿਆ ਵੀ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਵਾਲਾ ਭਗਤ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਭਗਤੀ ਕਰਨ ਦੇ ਲਈ ਲਾ ਦਿੰਦਾ ਹੈ, ਭਗਤੀ ਦੇ ਵਿੱਚ ਜੋੜ ਦਿੰਦਾ ਹੈ, ਸਾਰੀ ਭਗਤੀ ਕਰਨ ਲੱਗ ਜਾਂਦੇ ਨੇ। ਤੇ ਦ੍ਰਿਸ਼ਟਾਂਤ ਦਿੱਤਾ ਹੈ ਚੰਦਨ ਦਾ। ਜਿਵੇਂ ਚੰਦਨ ਨੇ, ਚੰਦਨ ਆਪਣੇ ਚੁਗਿਰਦੇ ਨੂੰ ਸੁਗੰਧੀ ਦੇ ਦਿੰਦਾ, ਸੁਗੰਧੀ ਕਰ ਦਿੰਦਾ ਹੈ। ਤੇ ਹੁਣ ਪਿਛਲੀ ਤੁਕ ਦੇ ਵਿੱਚ ਚੰਦਨ ਦਾ ਜ਼ਿਕਰ ਨਹੀਂ ਆਇਆ, ਕੇਸਰ ਦਾ ਆਇਆ ਹੈ, ਕੁਸਮ ਦਾ ਆਇਆ ਹੈ, ਮਿਰਗਮੈ ਦਾ ਆਇਆ ਹੈ, ਹਰਨਾ ਦਾ ਆਇਆ ਹੈ। ਉੱਥੇ ਹੁਣ ਚੰਦਨ ਦਾ ਜ਼ਿਕਰ ਕਿਉਂ ਨਹੀਂ ਕੀਤਾ? ਕਿਉਂਕਿ ਕੇਸਰ ਹੈ ਜਿਹੜਾ ਹੋ ਸਕਦਾ ਇਹਦੇ ਕੋਲ ਸੁਗੰਧੀ ਹੋਵੇ ਪਰ ਇਹ ਨਾਲ ਦੇ ਨੂੰ ਨਹੀਂ ਦਿੰਦਾ। ਕੁਸਮ ਫੁੱਲ ਨੇ, ਹੋ ਸਕਦਾ ਇਹਨਾਂ ਕੋਲ ਸੁਗੰਧੀ ਹੋਵੇ ਤੇ ਕਦੀ ਤੁਸੀਂ ਵੇਖਿਆ ਕੋਲ ਹੋਰ ਬੂਟਾ ਉਹਦੀ ਟਾਹਣੀ ਤੋੜ ਕੇ ਦੂਰ ਲੈ ਜਾਈਏ ਤੇ ਉਹਦੇ ਚੋਂ ਸੁਗੰਧੀ ਆ ਜਾਵੇ? ਨਹੀਂ ਆ ਸਕਦੀ ਨਾ। ਗੱਲ ਸਮਝਣ ਵਾਲੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਵੀ ਆਪ ਜੀ ਨੂੰ ਗੱਲ ਦੀ ਸਮਝ ਆ ਜਾਵੇ। ਜੋ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਅੰਤਰੀਵ ਅਰਥ ਹੈ ਉਸ ਗੱਲ ਦੀ ਸਾਨੂੰ ਸਮਝ ਆਵੇ। ਉੱਪਰਲੇ ਅਰਥ ਜਿਹੜੇ ਨੇ ਉਹ ਤਾਂ ਸਾਨੂੰ ਸਮਝ ਆ ਗਏ ਨੇ ਵੀ ਇਹ ਸੁਗੰਧੀ ਵਾਲੀਆਂ ਚੀਜ਼ਾਂ ਨੇ ਤੇ ਜਿਹੜਾ ਮਰਜ਼ੀ ਸਰੀਰ ਤੇ ਲਾਲੇ ਲੱਗ ਜਾਣਗੀਆਂ, ਕੋਈ ਗੱਲ ਨਹੀਂ। ਉਹਦੇ ਸਰੀਰ ਦੇ ਵਿੱਚ ਆਪ ਦੀ ਸੁਗੰਧੀ ਦੇ ਦੇਣਗੀਆਂ। ਪਰ ਜਿਹੜਾ ਚੰਦਨ ਹੈ ਨਾ, ਚੰਦਨ ਜਿਹੜਾ ਹੈ ਉਹਨਾਂ ਦਾ ਇੱਥੇ ਜ਼ਿਕਰ ਨਹੀਂ ਆਇਆ। ਉਹ ਅਗਲੀ ਤੁਕ ਦੇ ਵਿੱਚ ਆਇਆ ਭਗਤ ਦੇ ਨਾਲ। ਕੇਸਰ ਜਿਹੜਾ ਇਹਦੇ 'ਚ ਸੁਗੰਧੀ ਹੁੰਦੀ ਹੈ ਪਰ ਇਹ ਆਪਣੇ ਕੋਲ ਖੜੇ ਕਿਸੇ ਬੂਟੇ ਨੂੰ ਸੁਗੰਧਿਤ ਨਹੀਂ ਕਰਦਾ। ਫੁੱਲਾਂ ਦੇ ਵਿੱਚ ਸੁਗੰਧੀ ਹੁੰਦੀ ਹੈ ਪਰ ਫੁੱਲਾਂ ਦੀ ਸੁਗੰਧੀ ਨਾਲ ਵਾਲੇ ਬੂਟੇ ਦੇ ਵਿੱਚ ਨਹੀਂ ਆਉਂਦੀ।
ਮਿਰਗ ਦੇ ਵਿੱਚ ਜਿਹੜੀ ਏ ਉਹ ਕਸਤੂਰੀ ਹੁੰਦੀ ਏ, ਪਰ ਉਹ ਦੂਜੇ ਮਿਰਗ ਦੇ ਵਿੱਚ ਨਹੀਂ ਦੇ ਸਕਦਾ। ਦੂਜੇ ਮਿਰਗ ਨੂੰ ਉਸ ਕਸਤੂਰੀ ਵਾਲੀ ਜਿਹੜੀ ਵਿਦਵਤਾਈ ਏ ਉਹ ਨਹੀਂ ਪ੍ਰਾਪਤ ਹੋਏਗੀ। ਚੰਦਨ ਇੱਕ ਇਸ ਤਰ੍ਹਾਂ ਦਾ ਰੁੱਖ ਹੈ, ਇਹ ਜੇ ਨਿੰਮ ਦੇ ਕੋਲ ਵੀ ਹੋਵੇ ਤੇ ਨਿੰਮ ਦਾ ਬੂਟਾ ਪੱਟ ਕੇ ਜਾਂ ਟਾਹਣੀ ਤੋੜ ਕੇ ਦੂਰ ਲੈ ਜਾਓ ਤੇ ਉਹਦੇ ਵਿੱਚੋਂ ਦੂਰ ਗਿਆ ਵੀ ਸੁਗੰਧੀ ਆਉਂਦੀ ਰਹੇਗੀ, ਤੇ ਅਸੀਂ ਕਹਿ ਸਕਦੇ ਹਾਂ ਇਹ ਚੰਦਨ ਦੇ ਬੂਟੇ ਕੋਲੋਂ ਤੋੜ ਕੇ ਲਿਆਂਦੀ ਹੈ ਤਾਂ ਇਹ ਨਿੰਮ ਦੇ ਵਿੱਚੋਂ ਚੰਦਨ ਦੀ ਸੁਗੰਧੀ ਆ ਰਹੀ ਹੈ। ਹੁਣ ਮੇਰੇ ਖਿਆਲ ਗੱਲ ਦੀ ਸਮਝ ਆ ਜਾਏਗੀ। ਇਸੇ ਤਰ੍ਹਾਂ ਜਿਹੜਾ ਭਗਤ ਹੁੰਦਾ ਹੈ ਨਾ, ਭਗਤਾ ਜੋਤ ਨੇਹੀ, ਭਗਤਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਜਦੋਂ ਜੋਤ ਜਗ ਪੈਂਦੀ ਹੈ ਨਾ, ਇਹ ਜੋਤ ਫਿਰ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਚੰਦਨ ਸਰਬੇ ਪਰਮਲ ਕਰਨਾ। ਜਿਵੇਂ ਚੰਦਰ ਨਾ ਆਪਣੇ ਪਾਸ ਸਾਰੇ ਬੂਟਿਆਂ ਨੂੰ ਨਾ ਪਰਮਲ ਸੁਗੰਧੀ ਦੇ ਨਾਲ ਭਰ ਦਿੰਦਾ ਹੈ, ਉਸੇ ਤਰ੍ਹਾਂ ਭਗਤਾਂ ਦੇ ਅੰਦਰ ਜਦੋਂ ਜੋਤ ਜਗ ਪੈਂਦੀ ਹੈ ਫਿਰ ਆਪਣੇ ਚੁਗਿਰਦੇ ਦੇ ਦੁਆਲੇ ਆਸੇ ਪਾਸੇ ਵੀ ਇਹ ਜੋਤ ਜਗਾ ਦਿੰਦੇ ਹਨ ਜੀ। ਕੇ ਪਟ ਭਾਂਡਾ ਕਹਿ ਨਾ ਕੋਏ। ਹੁਣ ਅੱਗੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਘਿਓ ਤੇ ਪੱਟ ਰੇਸ਼ਮ, ਇੱਕ ਸਮਾਂ ਹੁੰਦਾ ਸੀ ਘਿਓ ਤੇ ਰੇਸ਼ਮ ਸੀ ਨਾ ਜਿਹੜਾ, ਇਹਦੇ ਵਿੱਚ ਮਿਲਾਵਟ ਸਾਨੂੰ ਕਰਨੀ ਨਹੀਂ ਸੀ ਹੁੰਦੀ, ਹੁਣ ਕਰਨੀ ਆ ਗਈ ਏ। ਹੁਣ ਅਸੀਂ ਘਿਓ ਦੇ ਵਿੱਚ ਮਿਲਾਵਟ ਕਰਦੇ ਹਾਂ, ਨਕਲੀ ਘਿਓ ਬਣ ਜਾਂਦਾ ਹੈ। ਦੇਸੀ ਘਿਓ ਜਿਹੜਾ ਹੈ ਇਹਦੇ ਵਿੱਚ ਵੀ ਅਨੇਕ ਪ੍ਰਕਾਰ ਦੀ ਡਾਲਡਾ ਮਿਲਾ ਦਿੰਦਾ, ਕੋਈ ਕਿਵੇਂ। ਰੇਸ਼ਮ ਦੇ ਵਿੱਚ ਵੀ ਦੂਜੇ ਤੰਦ ਨੇ ਜਿਹੜੇ ਇਹ ਮਿਲਾਏ ਜਾਂਦੇ ਨੇ। ਉਦੋਂ ਇਹਨਾਂ ਗੱਲਾਂ ਨੂੰ ਗੁਨਾਹ ਮੰਨਿਆ ਜਾਂਦਾ ਸੀ। ਮੈਂ ਕਿਸੇ ਪੁਰਾਤਨ ਬਜ਼ੁਰਗ ਤੋਂ ਛੋਟੀ ਉਮਰ ਦੇ ਵਿੱਚ ਸੁਣਿਆ ਸੀ, ਉਦੋਂ ਲੋਕੀ ਦੁੱਧ ਬੜਾ ਘੱਟ ਵੇਚਦੇ ਹੁੰਦੇ ਸੀ। ਲੋਕੀ ਸਨ ਜਿਹੜੇ ਇਹ ਦੁੱਧ ਬੜਾ ਘੱਟ ਵੇਚਦੇ ਸਨ। ਕੋਈ ਵੇਚਦਾ ਸੀ, ਬਾਕੀ ਨਹੀਂ ਸਨ ਵੇਚਦੇ, ਤੇ ਕਹਿੰਦੇ ਸਨ ਜਿਹਨੇ ਦੁੱਧ ਵੇਚ ਦਿੱਤਾ ਉਹਨੇ ਪੁੱਤ ਵੇਚ ਦਿੱਤਾ। ਸਮਾਂ ਸੀ ਲੋਕੀ ਇਸ ਤਰ੍ਹਾਂ ਦੀਆਂ ਸੱਚਾਈਆਂ ਦੇ ਨਾਲ ਜੁੜੇ ਸਨ। ਹੁਣ ਗੁਰੂ ਮਹਾਰਾਜ ਜੀ ਇੱਥੇ ਦ੍ਰਿਸ਼ਟਾਂਤ ਦਿੰਦੇ ਨੇ, ਇੱਕ ਤਾਂ ਘਿਓ ਦਾ ਤੇ ਇੱਕ ਰੇਸ਼ਮ ਦਾ ਭਾਂਡਾ। ਘਿਓ ਤੇ ਰੇਸ਼ਮ ਹੈ ਨਾ ਜਿਹੜਾ, ਇਹ ਭੰਡਣ ਦੇ ਯੋਗ ਨਹੀਂ ਹੁੰਦੇ। ਕਹੇ ਨਾ ਕੋਈ ਭਾਂਡਾ ਦਾ ਅਰਥ ਇੱਥੇ ਭੰਡਣਾ ਹੈ। ਘਿਓ ਤੇ ਰੇਸ਼ਮ ਨੂੰ ਕੋਈ ਨਹੀਂ ਭੰਡ ਸਕਦਾ। ਘਿਓ ਹੋਵੇ ਤੇ ਉਹਨੂੰ ਕੋਈ ਕੀ ਭੰਡੇਗਾ, ਰੇਸ਼ਮ ਹੋਵੇ ਤੇ ਉਹਨੂੰ ਵੀ ਕੋਈ ਨਹੀਂ ਭੰਡ ਸਕਦਾ। ਕਹੇ ਨਾ ਕੋਈ। ਇਸੇ ਤਰ੍ਹਾਂ ਜਿਹੜਾ ਭਗਤ ਹੈ ਨਾ, ਉਹਨੂੰ ਕੋਈ ਭੰਡ ਨਹੀਂ ਸਕਦਾ। ਜਿਹੜਾ ਭਗਤ ਜਿੰਦੇ ਅੰਦਰ ਜੋਤ ਜਾਗੀ ਹੈ, ਭਗਤ ਹੋ ਗਿਆ ਨਾ, ਉਹਨੂੰ ਵੀ ਭਾਈ ਕੋਈ ਨਹੀਂ ਭੰਡ ਸਕਦਾ ਹੈ ਜੀ। ਐਸਾ ਭਗਤ ਵਰਨ ਮਹਿ ਹੋਏ। ਇਸ ਤਰ੍ਹਾਂ ਦਾ ਭਗਤ ਹੈ ਨਾ ਜਿਹੜਾ ਭਗਤਾਂ ਦੇ ਵਰਨ ਦੇ ਵਿੱਚ ਹੁੰਦਾ ਹੈ। ਜਿਹੜਾ ਭਗਤ ਹੋ ਗਿਆ, ਜਿਵੇਂ ਦਾ ਇਹ ਵਰਨ ਹੈ ਨਾ, ਘਿਓ ਦਾ ਵਰਨ ਹੈ, ਇਹਦੀ ਕੋਈ ਭੰਡੀ ਨਹੀਂ ਕਰ ਸਕਦਾ। ਪੱਟ ਹੈ, ਰੇਸ਼ਮ ਹੈ, ਇਹਦੀ ਕੋਈ ਭੰਡੀ ਨਹੀਂ ਕਰ ਸਕਦਾ। ਭਾਵ ਰੇਸ਼ਮ ਨੂੰ ਕੋਈ ਮਾੜਾ ਨਹੀਂ ਆਖਦਾ, ਘਿਓ ਨੂੰ ਵੀ ਕੋਈ ਮਾੜਾ ਨਹੀਂ ਆਖਦਾ। ਉਸੇ ਤਰ੍ਹਾਂ ਭਗਤ ਵਰਨ, ਜਿਹੜਾ ਭਗਤ ਹੈ ਨਾ, ਇਹਨਾਂ ਦਾ ਵਰਨ ਵੀ ਇਸ ਤਰ੍ਹਾਂ ਦਾ ਹੁੰਦਾ ਹੈ। ਇਹਨਾਂ ਨੂੰ ਵੀ ਕੋਈ ਮਾੜਾ ਨਹੀਂ ਆਖ ਸਕਦਾ। ਜੇ ਕੋਈ ਮਾੜਾ ਆਖਦਾ ਤੇ ਫਿਰ ਉਹਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਚੰਦ ਦੇ ਵੱਲ ਕੋਈ ਮੂੰਹ ਕਰਕੇ ਥੁੱਕੇ ਨਾ, ਤੇ ਥੁੱਕ ਉਹਦੇ ਮੂੰਹ ਤੇ ਆਪ ਹੀ ਡਿੱਗ ਪੈਂਦੀ ਏ। ਕਿਸੇ ਨੂੰ ਚੰਦ ਵੱਲ ਮੂੰਹ ਕਰਕੇ ਥੁੱਕਦਾ ਵੇਖੋ ਤੇ ਥੁੱਕ ਉਲਟੀ ਉਹਦੇ ਤੇ ਡਿੱਗ ਪੈਂਦੀ। ਇਸੇ ਤਰ੍ਹਾਂ ਇਸ ਤਰ੍ਹਾਂ ਦੇ ਭਗਤਾਂ ਦੀ ਜਦੋਂ ਕੋਈ ਨਿੰਦਿਆ ਕਰਦਾ ਹੈ ਤੇ ਫਿਰ ਭਾਈ ਉਹ ਨਿੰਦਿਆ ਜਿਹੜੀ ਏ ਉਹਦੇ ਆਪ ਤੇ ਹੀ ਪੈਂਦੀ ਹੈ ਜੀ। ਤੇਰਾ ਨਾਮ ਨਿਵੇ ਰਹੇ ਲਵਲਾਏ। ਤੇ ਭਗਤ ਨੇ ਜਿਹੜੇ ਉਹ ਨਿਉ ਕੇ ਰਹਿੰਦੇ ਨੇ, ਭਾਵ ਉਹ ਨਿੰਦਿਆ ਕਰਨ ਵਾਲੇ ਦੀ ਵਿਰੋਧਤਾ ਹੀ ਨਹੀਂ ਕਰਦੇ, ਅੱਗੋਂ ਆਕੜ ਕੇ ਨਹੀਂ ਖੜੇ ਹੋ ਜਾਂਦੇ ਵੀ ਤੂੰ ਮੇਰੀ ਨਿੰਦਿਆ ਕਿਵੇਂ ਕੀਤੀ। ਉਹ ਸਮਾਂ ਖੁਸ਼ ਹੁੰਦੇ ਨੇ। ਭਗਤ ਕਬੀਰ ਜੀ ਦਾ ਸ਼ਬਦ ਹੁੰਦਾ ਹੈ ਨਾ, ਨਿੰਦੋ ਨਿੰਦੋ ਲੋਕ ਮੋਕੋ ਨਿੰਦੋ। ਭਗਤ ਜੀ ਕਹਿੰਦੇ ਨਿੰਦਿਆ ਕਰੋ ਲੋਕੋ ਮੇਰੀ ਕਰੋ। ਕਿਉਂ? ਨਿੰਦਾ ਬਾਪ ਨਿੰਦਾ ਮਹਤਾਰੀ। ਨਿੰਦਿਆ ਜਿਹੜੀ ਉਹ ਮੇਰੀ ਮਾਂ ਹੈ। ਕਿਵੇਂ ਹੈ ਮਾਂ? ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਕਿਰਿਆ ਜਿਹੜੀ ਹੈ ਉਹ ਆਪਣੇ ਕੱਪੜਿਆਂ ਦੇ ਵਿੱਚ ਪੋਤੜੇ 'ਚ ਕਰ ਦਿੰਦੀ ਸੀ ਤੇ ਮਾਂ ਸਫਾਈ ਕਰਦੀ ਸੀ ਹੱਥ ਦੇ ਨਾਲ। ਸਾਡੀ ਗੰਦਗੀ ਜਿਹੜੀ ਹੈ ਸਾਡੀ ਮਾਂ ਹੱਥ ਦੇ ਨਾਲ ਧੋਂਦੀ ਸੀ, ਤੇ ਨਿੰਦਕ ਹੈ ਜਿਹੜਾ ਜ਼ੁਬਾਨ ਦੇ ਨਾਲ ਧੋ ਰਿਹਾ। ਇਸ ਕਰਕੇ ਨਿੰਦਿਆ ਕਰਨ ਵਾਲਾ ਜਿਹੜਾ ਉਹ ਸਾਡੀ ਮਾਤਾ ਤੇ ਪਿਤਾ ਦੋਵਾਂ ਤੋਂ ਹੀ ਚੰਗਾ ਹੈ। ਤੇਰੇ ਨਾਮ ਨਿਵੇ, ਜਿਹੜੇ ਤੇਰੇ ਭਗਤ ਨੇ ਜਿਨ੍ਹਾਂ ਦੇ ਅੰਦਰ ਜੋਤ ਜਾਗੀ ਏ, ਉਹ ਨਿਉ ਕੇ ਰਹਿੰਦੇ ਨੇ ਤੇਰੇ ਨਾਮ ਦੇ ਲੜ ਲੱਗ ਕੇ। ਤੇਰੇ ਨਾਮ ਦੇ ਆਸਰੇ ਰਹੇ ਲਿਵਲਾਏ, ਅੰਦਰੋਂ ਪ੍ਰੀਤ ਬਣਾ ਕੇ ਰੱਖਦੇ ਨੇ ਤੇਰੇ ਨਾਲ ਅੰਦਰੋਂ ਜੁੜੇ ਰਹਿੰਦੇ ਨੇ। ਨਿਵੇ ਦਾ ਅਰਥ ਇੱਥੇ ਇਹ ਸਮਝ ਲੈਣਾ ਵੀ ਉਹ ਨਾ ਕੋਈ ਨਿੰਦਿਆ ਕਰਨ ਵਾਲੇ ਦੇ, ਬੁਰਾਈ ਕਰਨ ਵਾਲੇ ਦੇ ਅੱਗੋਂ ਆਕੜ ਕੇ ਖੜੇ ਨਹੀਂ ਹੁੰਦੇ ਹਨ ਜੀ। ਨਾਨਕ ਤਿਨ ਦਰ ਭੀਖਿਆ ਪਾਏ। ਤੇ ਵੇਖੋ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਕਿੱਡੀ ਵੱਡੀ ਬਖਸ਼ਿਸ਼ ਕਰ ਰਹੇ। 3 ਦਰ, ਉਹਨਾਂ ਦੇ ਦਰ ਸਾਨੂੰ ਮਿਲ ਜਾਣ, ਭਿੱਖਿਆ ਪਾਏ, ਉੱਥੋਂ ਅਸੀਂ ਭਿੱਖਿਆ ਲੈਣੀ ਕਰਦੇ ਹਾਂ। ਇਹ ਬਾਬਰ
ਅਸੀਂ ਉਹ ਅਤੀਤ ਨਹੀਂ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਤੁਰੇ ਫਿਰਦੇ ਆ, ਲੋਕਾਂ ਦੇ ਘਰਾਂ ਦੇ ਵਿੱਚ ਮੰਗਦੇ ਆ 3 ਦਰ ਭੀਖਿਆ ਪਾਏ। ਅਸੀਂ ਉਹਨਾਂ ਦੇ ਦਰ ਤੋਂ ਨਾ ਇਹ ਭਿੱਖਿਆ ਲੈਨੇ ਆ, ਕਿਹੜੀ? ਤੋ ਦਰਸ਼ਨ ਕੀ ਕਰੋ ਸਮਾਏ, ਤੇਰੇ ਦਰਸ਼ਨਾਂ ਦਾ ਅਭਿਆਸ ਕਰਦਾ ਰਵਾਂ, ਇਹ ਮੈਨੂੰ ਭਿੱਖਿਆ ਮਿਲ ਜਾਵੇ। ਕਰ ਕਾਸਾ, ਇਸ ਦੇ ਲਈ ਅਸੀਂ ਹੱਥਾਂ ਦਾ ਬਰਤਨ ਬਣਾਇਆ। ਦਰਸ਼ਨ ਕੀ ਭੂਖ, ਤੇ ਸਾਨੂੰ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਮੈਂ ਦਰ ਮੰਗਤ, ਅਸੀਂ ਤੇਰੇ ਦਰ ਦੇ ਮੰਗਤੇ ਆ, ਭਿੱਖਿਆ ਪਾਏ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਪਾ ਕਰ, ਇਹ ਸਾਨੂੰ ਭਿੱਖਿਆ ਪਾਣੀ ਕਰ। ਇਤਨੀਆਂ ਕੋ ਬੇਨਤੀਆਂ ਸੰਗਤ ਨੇ ਪ੍ਰਵਾਨ ਕਰਨੀਆਂ। ਅੱਜ ਦੇ ਦੋਵੇਂ ਸ਼ਬਦ ਦੀ ਥੋੜਾ